ਸੰਤ ਜਰਨੈਲ ਸਿੰਘ ਨੇ ਮੇਰੇ ਖਿਆਲ ਦੇ ਵਿੱਚ ਇੱਕ ਗਲਤੀ ਕੀਤੀ। ਲੜਾਈ ਤਾਂ ਉਹ ਲੜ ਰਹੇ ਸੀ ਖਾਲਿਸਤਾਨ ਦੀ, ਕਿਹਾ ਕਦੇ ਨਹੀਂ ਸੀ। ਕਿਹਾ ਨਹੀਂ ਸੀ। ਜਿਸ ਦਿਨ ਫਿਰੋਜ਼ਪੁਰ ਜੇਲ੍ਹ ਚੋਂ ਸੰਤ ਭਿੰਡਰਾਂਵਾਲਾ ਰਿਲੀਜ਼ ਹੁੰਦੇ ਆ, ਉਹਨੂੰ ਗੁਰਜੀਤ ਸਿੰਘ ਢੌੜਾ ਪ੍ਰੋਸੈਸ਼ਨ ਦੇ ਵਿੱਚ ਅੰਮ੍ਰਿਤਸਰ ਲੈ ਕੇ ਜਾਂਦੇ ਆ। ਬਲੂ ਸਟਾਰ ਅਖੀਰਲੇ ਪਹਿਲੀ ਜੂਨ ਤੱਕ ਸੈਂਟਰ ਦੇ ਸੰਤ ਜਰਨੈਲ ਸਿੰਘ ਨਾਲ ਗੱਲਬਾਤ ਚੱਲ ਰਹੀ ਸੀ। ਇੱਕ ਚੈਪਟਰ ਸੰਤ ਜਰਨੈਲ ਸਿੰਘ ਤੇ ਉਹਨਾਂ ਦੀ ਪੋਲਿਟਿਕਸ 'ਤੇ ਕੀਤਾ। ਮੇਰੇ ਖਿਆਲ ਦੇ ਵਿੱਚ ਪੂਰੀ ਕਿਤਾਬ ਲਿਖਣ ਦੀ ਲੋੜ ਹੈ। ਉਹਨੇ ਸ਼ੁਰੂ ਹੀ ਇੱਥੋਂ ਕੀਤਾ ਵੀ ਵਾਸ ਹੀ ਕ੍ਰੀਏਸ਼ਨ ਆਫ ਇੰਦਰਾ ਗਾਂਧੀ। 24 ਮਾਰਚ 1970 ਨੂੰ ਬਨਾਰਜੇ ਦਸਾਈ ਪੀਐਮ ਬਣ ਜਾਂਦੇ ਹੈ ਤੇ ਉਸ ਤੋਂ ਬਾਅਦ ਮਿਸੇਜ ਗਾਂਧੀ ਦੀ ਹਰਾਸਮੈਂਟ ਸ਼ੁਰੂ ਹੋ ਜਾਂਦੀ ਹੈ। ਜਿਸ ਮੌਕੇ ਤੇ ਮਿਸੇਜ ਗਾਂਧੀ ਤੇ ਸੰਜੇ ਗਾਂਧੀ ਆਪਣੀ ਸਰਵਾਈਵਲ ਦੀ ਲੜਾਈ ਲੜ ਰਹੇ ਸੀ ਕਿ ਉਸ ਵਾਲੇ ਉਹਨਾਂ ਨੇ ਸੋਚਿਆ ਵੀ ਪੰਜਾਬ ਦੇ ਵਿੱਚ ਸਾਨੂੰ ਅਕਾਲੀਆਂ ਦੇ ਖਿਲਾਫ ਇੱਕ ਬੰਦਾ ਖੜਾ ਕਰਨ ਦੀ ਲੋੜ ਹੈ। ਅਸੀਂ ਛੋਟੀ ਜਿਹੀ ਗੱਲ ਵੀ ਕਿਉਂ ਨਹੀਂ ਸੋਚ ਰਹੇ ਕਿ ਸੰਤ ਕਰਤਾਰ ਸਿੰਘ ਦਾ ਐਕਸੀਡੈਂਟ ਵੀ ਮਿਸੇਜ ਗਾਂਧੀ ਨੇ ਕਰਾਇਆ ਸੀ। ਪਹਿਲੀ ਕਿਤਾਬ ਦੇ ਵਿੱਚ ਮੈਂ ਇੱਕ ਗੱਲ ਕੋਟ ਕੀਤੀ ਸੀ, ਹੋਮ ਮਿਨਿਸਟਰੀ ਨੇ ਜਿਹੜੀ 2 ਜੂਨ ਨੂੰ ਦਿੱਲੀ 'ਚ ਸਟੇਟਮੈਂਟ ਇਸ਼ੂ ਕੀਤੀ ਸੀ, ਔਰ ਉਹਨਾਂ ਨੇ ਲਿਖਿਆ ਸੀ ਕਿ ਗਵਰਨਰ ਨੇ ਫੌਜ ਬੁਲਾਈ ਹੈ। ਜਿਹੜੇ ਪੁਰਾਣੇ ਸਿੱਖ ਜਰਨੈਲ ਹੁੰਦੇ ਸੀ ਉਸ ਮੋੜ ਦੇ ਵਿੱਚ ਮੈਨੂੰ ਉਹਦੀ ਸ਼ਖਸੀਅਤ ਲੱਗਦੀ ਹੈ। ਜਿਹੜੇ ਹਰੀ ਸਿੰਘ ਹਾਂ ਸੇਮ ਉਹ ਜਿਹੜੀ ਸੀ ਨਾ ਵਿਰਸਾ, ਉਹਨੂੰ ਇਹ ਇਨਸਾਨ ਅੱਗੇ ਲੈ ਕੇ ਚੱਲਿਆ। ਚੇਂਜ ਹੈ, ਪਹਿਲਾਂ ਹੁੰਦਾ ਵੀ ਸਿੱਖਾਂ ਨਾਲ ਧੱਕਾ ਹੋ ਰਿਹਾ ਹੈ। ਡਾਕਟਰ ਮਨਮੋਹਨ ਸਿੰਘ 10 ਸਾਲ ਪ੍ਰਾਈਮ ਮਿਨਿਸਟਰ ਰਹਿ ਗਏ ਹੋ, ਠੀਕ ਹੈ, ਜ਼ਿਆਦਾ ਕਹਿ ਦਿਓ ਵੀ ਸਿੱਖ ਨਹੀਂ ਸੀ। ਨਹੀਂ। ਬਾਬੂਸ਼ਾਹੀ ਟਾਈਮ 'ਚ ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਬਲਜੀਤ ਬੱਲੀ, ਐਡੀਟਰ ਬਾਬੂਸ਼ਾਹੀ ਨੈਟਵਰਕ। 1978 ਤੋਂ ਲੈ ਕੇ 1995 ਤੱਕ ਪੰਜਾਬ ਦਾ ਜਿਹੜਾ ਇਤਿਹਾਸ ਹੈ ਉਹ ਬਹੁਤ ਹੀ ਹਿਲਜੁਲ ਵਾਲਾ ਸੀ, ਉਥਲ ਪੁਥਲ ਵਾਲਾ ਸੀ। ਦਹਿਸ਼ਤਵਾਦ, ਖਾੜਕੂਵਾਦ, ਖਾਲਿਸਤਾਨੀ ਲਹਿਰ, ਆਪਰੇਸ਼ਨ ਬਲੂ ਸਟਾਰ, ਇੰਦਰਾ ਗਾਂਧੀ ਦਾ ਕਤਲ, 84 ਦੇ ਜਿਹੜੇ ਸਿੱਖਾਂ ਦਾ ਕਤਲੇਆਮ ਅਤੇ ਹੋਰ ਬਹੁਤ ਕੁਛ, ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਫਨੋਮਨਾ, ਬਹੁਤ ਕੁਛ ਵਾਪਰਿਆ। ਅਤੇ ਉਸ ਬਾਰੇ, ਉਹ ਸਾਰੇ ਦੌਰ ਬਾਰੇ ਬਹੁਤ ਕੁਛ ਲਿਖਿਆ ਗਿਆ, ਬਹੁਤ ਕੁਛ ਪ੍ਰਕਾਸ਼ਿਤ ਹੋਇਆ। ਪਰ ਹਰ ਵੇਲੇ ਇਹ ਮਸਲਾ ਜਾਂ ਇਹ ਸਵਾਲ ਖੜ੍ਹਾ ਰਹਿੰਦਾ ਹੈ ਕਿ ਕੀ ਸਾਰਾ ਸੱਚ ਬਾਹਰ ਆ ਗਿਆ, ਅਸਲੀਅਤ ਬਾਹਰ ਆ ਗਈ ਹੈ, ਅਤੇ ਜੋ ਹਾਰਡ ਰਿਐਲਿਟੀ ਸੀ, ਤੱਥ ਸੀਗੇ, ਅਸਲੀਅਤ ਸੀ, ਹਕੀਕਤ ਸੀ, ਉਹ ਡਾਕੂਮੈਂਟੇਸ਼ਨ ਹੋ ਗਈ ਕਿ ਨਹੀਂ ਹੋ ਗਈ, ਉਹਦੀ ਉਹ ਸਾਹਮਣੇ ਆ ਗਈ ਕਿ ਨਹੀਂ ਆ ਗਈ। ਇਹ ਸਵਾਲ 36 ਸਾਲ ਤੋਂ ਬਲੂ ਸਟਾਰ ਤੋਂ ਬਾਅਦ ਵੀ ਅਤੇ ਉਸ ਤੋਂ ਪਹਿਲਾਂ ਜਿਹੜੀ 1978 ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਇਹ ਸਵਾਲ ਹਮੇਸ਼ਾ ਹੀ ਸਿੱਖ ਜਗਤ ਦੇ ਅੰਦਰ ਵੀ, ਖਾਲਿਸਤਾਨ ਨਾਲ ਜੁੜੇ ਜਿੰਨੇ ਵੀ ਲਹਿਰ ਦੇ ਨਾਲ ਸੰਬੰਧਿਤ ਲੋਕ ਨੇ ਉਹਨਾਂ 'ਚ ਵੀ, ਅਤੇ ਬਾਕੀ ਸਿਆਸੀ ਹਲਕਿਆਂ 'ਚ ਵੀ ਇਹ ਸਵਾਲ ਖੜ੍ਹੇ ਰਹਿੰਦੇ ਨੇ। ਸੋ ਇਸ ਪ੍ਰਸੰਗ 'ਚ ਹੁਣ ਇੱਕ ਨਵੀਂ ਕਿਤਾਬ ਪ੍ਰਕਾਸ਼ਿਤ ਹੋਈ ਹੈ, ਪਬਲਿਸ਼ ਹੋਈ ਹੈ। ਜਗਤਾਰ ਸਿੰਘ ਜਿਹੜੇ ਕਿ ਸਿੱਖ ਮਾਮਲਿਆਂ ਦੇ ਮਾਹਰ ਨੇ, ਸੀਨੀਅਰ ਜਰਨਲਿਸਟ ਨੇ, ਪੱਤਰਕਾਰ ਨੇ, ਉਹਨਾਂ ਦੀ ਜਿਹੜੀ ਦੂਜੀ ਕਿਤਾਬ, ਪਹਿਲਾਂ ਉਹਨਾਂ ਦੀ ਕਿਤਾਬ ਇਹ ਸੀ 2011 'ਚ ਆਈ ਸੀ, ਖਾਲਿਸਤਾਨ ਸਟਰਗਲ ਇਹ ਨੌਨ ਮੂਵਮੈਂਟ ਇਹਦਾ ਨਾਂ ਸੀ। ਇਹਦੀ ਵੀ ਬਹੁਤ ਚਰਚਾ ਹੋਈ ਸੀ। ਅਤੇ ਹੁਣ 9 ਸਾਲ ਬਾਅਦ ਉਹਨਾਂ ਦੀ ਦੂਸਰੀ ਕਿਤਾਬ ਆਈ ਹੈ, ਰਿਵਰਸ ਔਨ ਫਾਇਰ। ਉਸ ਦਾ ਹੈਡਿੰਗ ਵੀ ਬੜਾ ਕੈਚੀ ਸੀ, ਇਹਦਾ ਹੈਡਿੰਗ ਵੀ ਬੜਾ ਆਪਣੇ ਆਪ 'ਚ ਨਿਵੇਕਲਾ ਅਤੇ ਬਹੁਤ ਕੁਛ ਬਿਆਨ ਕਰਦਾ ਹੈ। ਜਗਤਾਰ ਸਿੰਘ ਉਸ ਵੇਲੇ ਜਦੋਂ ਦੌਰ ਸੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ, ਉਹਨਾਂ ਨੇ ਔਨ ਦੀ ਸਪੋਟ ਅੰਮ੍ਰਿਤਸਰ ਸੀਗੇ, ਅੰਮ੍ਰਿਤਸਰ ਉਹਨਾਂ ਦੀ ਪੋਸਟ ਸੀ, ਇੰਡੀਅਨ ਐਕਸਪ੍ਰੈਸ ਸੀਗੇ, ਅਤੇ ਉਹਨਾਂ ਨੇ ਅੱਖੀਂ
ਦੇਖੀਆਂ ਜਿਹੜੀਆਂ ਘਟਨਾਵਾਂ ਉਹਨਾਂ ਦੀ ਉੱਥੇ ਰਿਪੋਰਟਿੰਗ ਕੀਤੀ, ਉਹਨਾਂ ਦਾ ਮੌਕਾ ਮਿਲਿਆ। ਉਹਨਾਂ ਦੀ ਇਹ ਕਿਤਾਬ ਸਾਡੇ ਹੱਥ 'ਚ ਹੈ, ਅੱਜ ਹੀ ਆਈ ਹੈ ਅਤੇ ਸਾਡੇ ਨਾਲ ਜਗਤਾਰ ਸਿੰਘ ਖੁਦ ਮੌਜੂਦ ਨੇ। ਅਸੀਂ ਇਸ ਕਿਤਾਬ ਬਾਰੇ ਅਤੇ ਉਹਨਾਂ ਦੇ ਇਸ ਕਿਤਾਬ ਦੇ ਵਿੱਚ ਜੋ ਕੁਛ ਹੈ ਉਹਦੇ ਬਾਰੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਜਗਤਾਰ ਸਿੰਘ ਸੀਨੀਅਰ ਪੱਤਰਕਾਰ ਅਤੇ ਸਿੱਖ ਮਾਮਲਿਆਂ ਦੇ, ਸਿੱਖ ਅਫੇਅਰਸ ਦੇ ਐਕਸਪਰਟ। ਜਗਤਾਰ ਜੀ, ਸਵਾਗਤ ਹੈ ਤੁਹਾਡਾ। ਥੈਂਕ ਯੂ ਸੋ ਮਚ। ਪੱਤਰਕਾਰ ਮੈਂ ਵੀ ਹਾਂ, ਤੁਸੀਂ ਵੀ ਹੋ, ਅਤੇ ਸਵਾਦ ਇਸੇ ਗੱਲ ਦਾ ਆਏਗਾ ਹੁਣ। ਮੈਂ ਤਾਂ ਅਜੇ ਤੱਕ ਕਿਤਾਬ ਕੋਈ ਲਿਖੀ ਨਹੀਂ, ਅਜੇ ਤੱਕ ਕਿਤਾਬ ਦਾ ਬਣਿਆ ਨਹੀਂ ਸਬੱਬ। ਨਹੀਂ, ਮੈਂ ਤੁਹਾਨੂੰ ਨਾਲ ਹੀ ਹੈ ਨਾ ਹੁਣ, ਇੱਕ ਥੋੜਾ ਇਸੇ ਕਰਕੇ ਹੁਣ ਆਪਾਂ ਕੋਲ ਲੈ ਗਏ। ਹਾਂ, ਮੈਂ ਤੁਹਾਨੂੰ ਕਰੈਕਟ ਕਰਨ ਲੱਗੇ, ਤੁਸੀਂ ਮੈਨੂੰ ਕਿਹਾ ਐਕਸਪਰਟ। ਮੈਂ ਐਕਸਪਰਟ ਤਾਂ ਹੈ ਨਹੀਂ, ਮੈਂ ਸਟੂਡੈਂਟ। ਅੱਛਾ, ਚਲੋ ਜੀ। ਵੈਸੇ ਬੰਦਾ ਸਾਰੀ ਉਮਰ ਹੀ ਸਟੂਡੈਂਟ ਰਹਿੰਦਾ। ਨਹੀਂ, ਮੈਂ ਸਾਰੀ ਉਮਰ ਸਟੂਡੈਂਟ ਹੀ ਸੀ ਅਤੇ ਰਹੂੰਗਾ ਵੀ। ਚਲੋ ਜੀ। ਅੱਛਾ, ਤੁਹਾਨੂੰ ਪਹਿਲਾਂ ਤਾਂ ਕਿਤਾਬ ਇਸ ਮਸਲੇ 'ਤੇ, ਖਾਲਿਸਤਾਨ ਮੂਵਮੈਂਟ 'ਤੇ ਜਾਂ ਪੰਜਾਬ ਦੇ ਇਸ ਇਤਿਹਾਸ 'ਤੇ, ਇਸ ਫੇਜ਼ ਦੇ ਇਤਿਹਾਸ 'ਤੇ ਕਿਤਾਬ ਲਿਖਣ ਦਾ ਕਿਉਂ ਮਤਲਬ ਵਿਚਾਰ ਕਿਉਂ ਆਇਆ, ਜਾਂ ਕੀ ਲੋੜ ਪਈ ਤੁਹਾਨੂੰ? ਬੱਲੇ ਜੀ, ਇੰਟਰਸਟਿੰਗ ਸਵਾਲ ਤੁਹਾਡਾ। ਦੇਖੋ, ਦੋ ਗੱਲਾਂ ਹੈ ਇਹਦੇ ਵਿੱਚ। ਇੱਕ, ਬਾਹਰ ਦੇ ਜਰਨਲਿਸਟ ਅਕਸਰ ਕਿਤਾਬਾਂ ਲਿਖਦੇ, ਖਾਸ ਕਰਕੇ ਜਿਨ੍ਹਾਂ ਨੇ ਇਹੋ ਜਿਹੀਆਂ ਮੂਵਮੈਂਟਸ ਕਵਰ ਕੀਤੀਆਂ ਹੁੰਦੀਆਂ, ਉਹ ਨਾਰਮਲੀ ਲਿਖਦੇ ਹੁੰਦੇ ਆ ਸਾਡੇ ਫੈਸਿਲਿਟੀ ਹੈ ਨਹੀਂ, ਉਹਨਾਂ ਦੀਆਂ ਮੈਨੇਜਮੈਂਟਸ ਵੀ ਫੈਸਿਲਿਟੀ ਪ੍ਰੋਵਾਈਡ ਕਰਦੀਆਂ ਅਤੇ ਉਹਨਾਂ ਦਾ ਸਿਸਟਮ ਵੱਖਰਾ ਹੈ। ਬਲੂ ਸਟਾਰ ਬਾਰੇ ਵੀ ਮਾਰਕ ਟਲੀ ਨੇ ਬਾਹਰ ਦੇ ਲੋਕ ਲਿਖ ਗਏ। ਇੱਥੋਂ ਲੱਗਿਆ ਵੀ ਅਸੀਂ ਕਿਉਂ ਨਹੀਂ ਲਿਖ ਸਕਦੇ। ਮੈਂ ਆਈ ਵਿਟਨੈਸ 79 ਆਨਵਰਡਸ, ਅਤੇ ਮੈਂ ਸ਼ਾਇਦ ਤੁਹਾਡੇ ਨਾਲ ਵੀ ਗੱਲ ਕਦੇ ਕੀਤੀ ਹੋਵੇ ਵੀ ਬੱਲੀ ਜੀ, ਜਿਨ੍ਹਾਂ ਨੇ ਵੀ ਕਵਰ ਕੀਤਾ ਹੈ ਉਹਨਾਂ ਨੂੰ ਆਪਣਾ ਐਕਸਪੀਰੀਅੰਸ ਨਰੇਟ ਕਰਨਾ ਚਾਹੀਦਾ। ਠੀਕ ਹੈ। ਸ਼ੁਰੂ ਇੱਥੋਂ ਹੁੰਦੀ ਹੈ। ਹੁਣ ਫੈਸਿਲਿਟੀ ਮੈਨੂੰ ਕਿਸ ਗੱਲ ਨੇ ਕੀਤਾ, ਮੇਰੇ ਸੁਭਾਅ ਦੇ ਵਿੱਚ ਇੱਕ ਸੀ ਸ਼ੁਰੂ ਤੋਂ ਰਿਕਾਰਡ ਰੱਖਣ ਦੀ ਮੇਰੀ ਆਦਤ ਸੀ। ਉਹ ਬਣੀ ਜਦੋਂ ਮੈਂ MA ਕਰ ਰਿਹਾ ਸੀ ਇਕਨੋਮਿਕਸ ਦੀ, ਅਤੇ ਮੇਰੇ ਕੋਲ ਪੇਪਰ ਸੀ ਇੱਕ ਇੰਡੀਅਨ ਇਕੋਨਮੀ ਦਾ। ਉਹ ਕਿਤਾਬ ਨਹੀਂ ਸੀ ਕੋਈ ਕੰਮ ਦੀ ਹੁੰਦੀ, ਅਤੇ ਮੇਰੇ ਕੋਲ 2 ਸਟੇਟਸਮੈਨ ਪੇਪਰ ਆਇਆ ਕਰਦਾ ਸੀ। ਉਹਦੇ 'ਚ ਇਕੋਨਮੀ ਅਤੇ ਬੜੇ ਐਗਰੀਕਲਚਰ 'ਤੇ ਖਾਸ ਕਰਕੇ ਆਰਟੀਕਲ ਹੁੰਦੇ ਸੀ। ਮੈਨੂੰ ਕੱਟਣ ਦੀ ਆਦਤ ਸੀ, ਉੱਥੋਂ ਕਟਿੰਗ ਕਰਨ ਦੀ ਆਦਤ ਪੈ ਗਈ। ਮੇਰੇ ਕੋਲ ਅੱਜ ਵੀ ਇੱਕ ਫੋਟੋ ਪਈ ਹੈ ਟ੍ਰਿਬਿਊਨ ਦੇ ਫਰੰਟ ਪੇਜ ਦੀ ਕੱਟੀ ਹੋਈ। ਚੌਧਰੀ ਬੰਸੀ ਲਾਲ ਜਦੋਂ ਓਪੋਜੀਸ਼ਨ ਲੀਡਰ ਹੋ ਗਿਆ ਤਾਂ ਦੇਵੀ ਲਾਲ ਦੀ ਸਰਕਾਰ ਸੀ, ਉਹਨੂੰ ਅਰੈਸਟ ਕੀਤਾ ਸੀ, ਹੱਥਕੜੀ ਲੱਗੀ ਹੋਈ ਸੀਗੀ। ਮੈਂ ਪਤਾ ਨਹੀਂ ਕਿਉਂ ਰੱਖੀ, ਮੈਂ ਤਾਂ ਜਰਨਲਿਸਟ ਹੈ ਨਹੀਂ ਸੀ ਉਦੋਂ। ਸੋ ਜਰਨਲਿਸਟ ਜਦੋਂ ਬਣ ਗਏ, ਉਹਦਾ ਬਾਈ ਚਾਂਸ ਮੈਂ ਰਿਕਾਰਡ ਮੇਨਟੇਨ ਕਰੀ ਗਿਆ। ਮੇਰੇ ਕੋਲ ਓਰੀਜਨਲ ਪ੍ਰੈਸ ਨੋਟ 1980 ਆਨਵਰਡਸ ਸਿੱਖ ਵੇਅਰ। ਇਹ ਆਦਤ ਮੇਰੀ ਵੀ ਹੈਗੀ, ਰਿਕਾਰਡ ਬਹੁਤ ਮਤਲਬ 1979 ਦੇ ਐਂਡ ਦੀ, ਸ਼ਾਇਦ 80 ਦੀ। ਬਸ ਉਹੀ ਪੀਰੀਅਡ ਆਪਾਂ ਇਕੱਠੇ ਸਾਰੇ। ਜਿਹੜੀ ਪਹਿਲੀ ਖਬਰ ਸੀ ਮੇਰੀ, ਅੱਛਾ, ਉਹ ਵੀ ਸਾਂਭ ਕੇ ਰੱਖੀ ਹੋਈ ਹੈ ਮੈਂ। ਖਬਰ ਤਾਂ ਬੰਦਾ ਆਪਣੇ ਸਾਂਭ ਲੈਂਦਾ। ਨਹੀਂ, ਹੋਰ ਬਹੁਤ ਹਾਂ, ਪ੍ਰੈਸ ਨੋਟ ਮੈਂ ਸਾਰੇ ਆਲਮੋਸਟ। ਅੱਛਾ, ਆਪਣੀਆਂ ਖਬਰਾਂ, ਪੰਜਾਬ ਦੀਆਂ ਖਬਰਾਂ ਜਿਹੜੀਆਂ ਰੈਲੀਵੈਂਟ ਸੀ, ਉਹ ਕਟਿੰਗ ਕਰੀ ਗਏ। ਅਤੇ ਮੈਂ ਰਿਕਾਰਡ ਬਣਾਉਣਾ ਸ਼ੁਰੂ ਕੀਤਾ ਜਦੋਂ ਗੁਰਚਰਨ ਸਿੰਘ ਟੌਹੜਾ ਅਤੇ ਪ੍ਰਕਾਸ਼ ਸਿੰਘ ਬਾਦਲ ਅਲੱਗ ਹੋਏ 1999 ਦੇ ਵਿੱਚ। 99 ਹੁਣ ਉਸ ਤੋਂ ਪਹਿਲਾਂ ਦੀ ਤੁਹਾਨੂੰ ਇੱਕ ਬੈਕਗਰਾਊਂਡ ਦੱਸਦੇ ਵੀ ਅਸਲੀ ਹੋਇਆ ਕੀ ਹੈ, ਵੀ ਕਿਤਾਬ ਦਾ ਫੁਰਨਾ ਕਿਵੇਂ ਤੁਰਿਆ। ਇੱਕ ਦਿਨ ਗੱਲ ਚੱਲੀ ਵੀ ਟੌਹੜਾ ਸਾਹਿਬ ਆਪਣੇ ਆਪ ਦੇ ਵਿੱਚ ਇਤਿਹਾਸ ਹੈ, ਅਤੇ ਇਹਨਾਂ ਤੋਂ ਡਿਕਟੇਸ਼ਨ ਲੈਣੀ ਚਾਹੀਦੀ ਹੈ, ਕਿਤਾਬ ਬਾਅਦ ਲਿਖੀ ਜਾਏਗੀ। ਆਪਾਂ ਵੀ ਕਰਦੇ ਰਹੇ ਗੱਲਾਂ, ਕਰਦੇ ਰਹੇ। ਗੱਲ ਚਲਦੀ ਆ ਗਈ। ਇੱਕ ਦਿਨ ਮੇਰੇ ਕੋਲ ਹੀ ਗੱਲ ਆ ਗਈ, ਗੱਲ ਮੇਰੇ ਨਾਲ ਵੀ ਹੁੰਦੀ ਰਹੀ ਸੀ। ਕਹਿੰਦੇ ਵੀ ਤੂੰ ਖੁਦ ਹੀ ਕਿਉਂ ਨਹੀਂ ਕਰ ਲੈਂਦਾ। ਕਿਸੇ ਦੋਸਤ ਨੇ ਵਿੱਚੋਂ ਕਿਹਾ, ਮੈਂ ਕਿਹਾ ਚਲੋ ਮੈਂ ਕਰ ਲੈਂਦਾ। ਅਤੇ ਪ੍ਰੋਗਰਾਮ ਬਣਿਆ। ਟੌਹੜਾ ਸਾਹਿਬ ਕਹਿੰਦੇ ਵੀ ਇੱਥੇ ਤਾਂ ਹੋਣਾ ਨਹੀਂ, ਆਪਾਂ ਐਂ ਕਰਦੇ ਹਾਂ ਅਤੇ ਮਹੀਨੇ ਵਾਸਤੇ ਆਪਾਂ ਚੱਲਦੇ ਹਾਂ ਸ੍ਰੀਨਗਰ। ਉੱਥੇ ਆਰਾਮ ਨਾਲ ਬੈਠ ਕੇ ਦੋਵੇਂ ਆਪਾਂ ਸਾਰਾ ਕੁਛ ਕਰ ਲਾਂਗੇ। ਹਜੇ ਸਾਡਾ ਪ੍ਰੋਗਰਾਮ ਬਣ ਹੀ ਰਿਹਾ ਸੀਗਾ ਕਿ ਵਿੱਚੋਂ ਬਾਦਲ ਸਾਹਿਬ ਨਾਲ ਰੌਲਾ ਪੈ ਗਿਆ। ਸਾਡਾ ਉਹ ਪ੍ਰੋਜੈਕਟ ਤਾਂ ਰਹਿ ਗਿਆ, ਵਿੱਚ ਰਹਿ ਗਿਆ, ਪਰ ਕਿਤਾਬ ਦਾ ਪ੍ਰੋਜੈਕਟ ਤੁਰ ਪਿਆ ਉਹਦੇ ਨਾਲ। ਅੱਛਾ, ਉਹਦੇ ਨਾਲ ਠੀਕ ਹੈ। ਟੌਹੜਾ ਸਾਹਿਬ ਤੋਂ ਸ਼ੁਰੂ ਕਰਕੇ
ਜਿਹੜੀ ਕਿਤਾਬ ਉਹਨਾਂ 'ਤੇ ਨਹੀਂ ਲਿਖੀ ਗਈ ਉਹਦੀ ਥਾਂ 'ਤੇ 2 ਕਿਤਾਬਾਂ ਲਿਖੀਆਂ ਗਈਆਂ। ਵਾਹ ਠੀਕ ਹੈ, 2 ਹੋ ਗਈਆਂ। ਇਹ 2 ਤੱਕ ਹੀ ਖੜੇਗੀ ਕਿ ਇੱਕ ਗੱਲ ਜਾਏਗੀ? ਨਹੀਂ, ਜਿੱਥੋਂ ਸ਼ੁਰੂ ਹੋਇਆ ਮੈਂ ਚਾਹੂੰਗਾ ਕਿ ਮੁੱਕੇ ਉੱਥੇ ਹੀ। ਜੇ ਮੇਰੇ 'ਚ ਕੈਪੈਸਿਟੀ ਹੋਈ ਹੋਰ ਲਿਖਣ ਦੀ, ਮੁਕਾਊਂਗਾ ਮੈਂ ਉੱਥੇ ਹੀ, ਸਰਕਲ ਪੂਰਾ ਕਰੂੰਗਾ। ਅੱਛਾ, ਹੁਣ ਇਹਦੇ ਵਿੱਚ ਆ ਗਈ ਇਹ ਜਿਹੜੀ ਕਿਤਾਬ ਹੈ, ਇਹ ਪਬਲਿਸ਼ ਕੀਤੀ ਹੈ IDC ਦਾ? ਆਕਾਰ ਬੁੱਕਸ ਨੇ ਕੀਤੀ ਹੈ, ਤੇ ਪਬਲਿਸ਼ਰ ਮੇਰੇ ਹੈਗੇ ਹੈ ਇੰਸਟੀਚਿਊਟ ਫਾਰ ਡਿਵੈਲਪਮੈਂਟ ਕਮਿਊਨੀਕੇਸ਼ਨਸ। ਮੈਂ ਉਹ ਵੀ ਥੋੜਾ ਜਿਹਾ ਤੁਹਾਨੂੰ ਬਰੀਫ ਕਰ ਦਿਆਂ ਨਾਲ। ਹਾਂ, ਡਾਕਟਰ ਪ੍ਰਮੋਦ ਕੁਮਾਰ ਦਾ ਪ੍ਰੀਫੇਸ ਵੀ ਉਹਨਾਂ ਦਾ ਹੈ। ਡਾਕਟਰ ਪ੍ਰਮੋਦ ਕੁਮਾਰ ਬਹੁਤ ਪੁਰਾਣੇ ਦੋਸਤ ਹੈ। ਪਹਿਲੀ ਕਿਤਾਬ ਵੀ ਉਹਨਾਂ ਨੇ ਨਜ਼ਰ ਮਾਰੀ ਸੀ, ਦੂਸਰੀ 'ਚ ਉਹਨਾਂ ਨੇ ਇੰਟਰਸਟ ਕਾਫੀ ਲਿਆ। ਜਦੋਂ ਕਿਤਾਬ ਮੈਂ ਆਪਣੇ ਵੱਲੋਂ ਫਾਈਨਲ ਸ਼ੇਪ ਦੇ ਦਿੱਤੀ, ਮੈਂ ਕਿਹਾ ਵੀ ਡਾਕਟਰ ਸਾਹਿਬ ਹੁਣ ਤੁਸੀਂ ਇਹ 'ਤੇ ਨਿਗਾਹ ਮਾਰੋ, ਪ੍ਰੋਪਰ ਸੁਜੈਸਟ ਕਰੋ। ਉਹਨਾਂ ਨੇ ਮੇਰੀ ਬੜੀ ਲਾਭਾ ਕੀਤੀ। ਅੱਛਾ, ਕਹਿੰਦੇ ਅੱਗੇ ਲਿਖਿਆ ਤੂੰ। ਅੱਛਾ, ਮੈਂ ਕਿਹਾ ਵੀ ਜੋ ਮੈਨੂੰ ਸਮਝ ਆਇਆ ਮੈਂ ਲਿਖਤਾ। ਫਿਰ ਕਰਦੇ ਕਰਾਉਂਦੇ ਕਹਿੰਦੇ ਬੈਟਰ ਤਾਂ ਇਹੀ ਰੱਖਣਾ ਹੈ ਤੇ ਇਹਨੂੰ ਰੀਅਰੇਂਜ ਕਰਨਾ, ਫੈਕਟਸ ਤਾਂ ਉਹੀ ਰੱਖਣੇ ਆ, ਕੰਟੈਕਸਚੁਅਲਾਈਜ਼ ਕਿਵੇਂ ਕਰਨਾ ਹੈ। ਇਹ ਫਿਰ ਉਹਨਾਂ ਨੇ ਮੈਨੂੰ ਗਾਈਡ ਕੀਤਾ ਤੇ ਸੁਪਰਵਾਈਜ਼ ਕੀਤਾ। ਅੱਛਾ, ਉਹਦੇ ਕਰਕੇ ਇਹ ਕਿਤਾਬ ਇਸ ਸ਼ੇਪ ਦੇ ਵਿੱਚ, ਇਹ ਕ੍ਰੈਡਿਟ ਡਾਕਟਰ ਪ੍ਰਮੋਦ ਕੁਮਾਰ ਨੂੰ ਹੀ ਜਾਂਦਾ ਹੈ। ਹਾਂਜੀ, ਵੈਸੇ ਬੜੇ ਪ੍ਰੈਕਟੀਕਲ ਨੇ ਉਹ। ਹਾਂ, ਚਿੰਤਕ ਵੀ ਨੇ ਤੇ ਪ੍ਰੈਕਟੀਕਲ ਵੀ ਨੇ। ਹਾਂ, ਉਹ ਕਹਿੰਦੇ ਵੀ ਕਿਤਾਬ ਐਕੈਡੈਮਿਕ ਸਟੈਂਡਰਡ ਦੀ ਹੋਵੇ, ਸਿਰਫ ਜਰਨਲਿਸਟਿਕ ਨਾ ਹੋਵੇ। ਉੱਥੇ ਫਰਕ ਇਹ ਸੀ। ਹੋ ਜਾਵੇ। ਹਾਂਜੀ, ਸੋ ਉਹਨਾਂ ਨੇ ਜਿਹੜੀ ਐਕੈਡੈਮਿਕ ਸ਼ੇਪ ਇਸ ਕਿਤਾਬ ਨੂੰ ਦਿੱਤੀ ਹੈ, ਉਹ ਉਹਨਾਂ ਨੇ ਦਿੱਤੀ ਹੈ। ਮਤਲਬ ਉਹ ਰੋਲ ਡਾਕਟਰ ਸਾਹਿਬ ਦਾ ਤੇ IDC ਦਾ ਵਿੱਚ ਫਿਰ ਆ ਗਿਆ। ਬਿਲਕੁਲ ਠੀਕ ਹੈ। IDC ਨੇ ਇਸੇ ਕਰਕੇ ਫਿਰ ਪਬਲਿਸ਼ ਕੀਤੀ ਹੈ ਨਾਲ। ਬਿਲਕੁਲ ਠੀਕ ਹੈ। ਅੱਛਾ, ਹੁਣ ਇਹ ਦੱਸੋ ਕਿ ਜਿਹੜੀ ਪਹਿਲੀ ਕਿਤਾਬ ਸੀ ਤੁਹਾਡੀ 2011 'ਚ ਪਬਲਿਸ਼ ਹੋਈ, ਖਾਲਿਸਤਾਨੀ ਨੌਨ ਮੂਵਮੈਂਟ, ਤੇ ਇਹ ਦੋਨਾਂ 'ਚ ਕੀ ਫਰਕ ਹੈ? ਦੋਵਾਂ 'ਚ ਬੱਲੀ ਜੀ ਜ਼ਮੀਨ ਅਸਮਾਨ ਦਾ ਫਰਕ ਹੈ। ਪਹਿਲੀ ਬੇਸਿਕਲੀ ਹਿਸਟਰੀ ਹੈ। ਅੱਛਾ, ਇਵੈਂਟਸ ਦੀ। ਕੋਈ ਟਾਈਮ ਫਰੇਮ ਵੀ ਹੈ ਦੋਵਾਂ ਦਾ ਅਲੱਗ-ਅਲੱਗ? ਕੋਈ ਟਾਈਮ ਫਰੇਮ ਆਲਮੋਸਟ ਸੇਮ ਹੀ ਹੈ। ਅੱਛਾ, ਸੇਮ ਹੈ। ਆਲਮੋਸਟ ਸੇਮ ਹੈ। ਅੱਛਾ, ਕਿਤੇ ਕਿਤੇ ਪਹਿਲੀ 'ਚ ਆਈ ਵਿਟਨੈਸ ਅਕਾਊਂਟ ਵੀ ਹੈ, ਜਿਸ ਤਰ੍ਹਾਂ ਬਲੂ ਸਟਾਰ ਦਾ, ਮਤਲਬ ਕਿ ਜਦੋਂ ਜਿਹੜੀ ਬੀੜ ਜ਼ਖਮੀ ਹੋਈ ਸੀ, ਪਹਿਲੀ ਕਿਤਾਬ ਮੈਂ ਆਪਣੇ ਉਸ ਐਕਸਪੀਰੀਅੰਸ ਤੋਂ ਸ਼ੁਰੂ ਕੀਤੀ ਸੀ ਅੰਡਰ ਆਰਮੀ ਆਕੂਪੇਸ਼ਨ। ਉਹ ਬੀੜ ਮੈਂ ਸੰਭਾਲੀ ਸੀ। ਉਦੋਂ ਮੈਂ ਕਦੇ ਸੋਚਿਆ, ਹਾਂ, ਮੈਂ ਇੰਡੀਅਨ ਐਕਸਪ੍ਰੈਸ ਚੰਡੀਗੜ੍ਹ, ਇੱਥੋਂ ਅਸੀਂ ਗਏ ਸੀ ਕਵਰ ਕਰਨ। ਅੱਛਾ, ਕਵਰ ਕਰਨ। ਪਹਿਲੀ ਪਾਰਟ, ਦੂਸਰੀ ਪਾਰਟ ਜਦੋਂ ਗਈ ਸੀ, ਮੈਂ ਉਹਦਾ ਪਾਰਟ ਸੀ। ਤੇ ਉਹ ਪਹਿਲਾ ਮੇਨਲੀ ਇਤਿਹਾਸ ਹੈ। ਫਿਰ ਗੱਲ ਚੱਲੀ ਵੀ ਦੂਸਰੀ ਕਿਤਾਬ ਲਿਖੀ ਜਾਵੇ। ਮੇਰੇ ਕੋਲ ਡਾਕੂਮੈਂਟਸ ਬਹੁਤ ਪਏ ਸੀਗੇ। ਮੈਂ ਸਾਲ ਲਾਤਾ ਉਹਨਾਂ ਨੂੰ ਟ੍ਰਾਂਸਲੇਟ ਕਰਦਿਆਂ ਇੰਗਲਿਸ਼ ਦੇ ਵਿੱਚ। ਮੈਂ ਸੋਚਿਆ ਵੀ ਡਾਕੂਮੈਂਟਸ ਪ੍ਰੋਡਿਊਸ ਕੀਤੇ ਜਾਣ। ਸੋਚਿਆ ਵੀ ਡਾਕੂਮੈਂਟਸ ਦੇ ਨਾਲ ਕੁਝ 2-4 ਚੈਪਟਰ ਹੋਰ ਵੀ ਲਿਖੇ ਜਾਣ। ਉਹ ਲਿਖਦੇ ਲਿਖਦੇ ਡਾਕੂਮੈਂਟਸ ਤਾਂ ਰਹਿ ਗਏ ਹਜੇ। ਅੱਛਾ, ਇਹ ਕਿਤਾਬ ਨਿਕਲ ਪਈ। ਇੱਕ ਹੋਰ ਕਰੈਕਟਰ ਨੂੰ ਮੈਂ ਇੰਟਰਵਿਊ ਕੀਤਾ 6 ਮਹੀਨੇ। ਉਹ ਸਾਡਾ ਵਿਚਾਰ ਬਣ ਗਿਆ ਵੀ ਫਿਕਸ਼ਨਲਾਈਜ਼ ਕਰਕੇ ਉਹ ਪੀਰੀਅਡ ਲਿਖਿਆ ਜਾਵੇ। ਉਹ ਪ੍ਰੋਜੈਕਟ ਵਿੱਚ ਹੀ ਰਹਿ ਗਿਆ ਬਾਈ ਚਾਂਸ। ਉਹ ਮੇਰੇ ਕੋਲ ਕਿਤਾਬ ਹੁਣ ਵੀ ਉਹਦੇ ਨੋਟਸ ਪਏ ਆ, ਡਰਾਫਟ ਸਾਰਾ। ਉਸ ਤੋਂ ਬਾਅਦ ਇਹ ਕਿਤਾਬ ਸ਼ੁਰੂ ਹੋਈ। ਫਿਰ ਸੋਚਿਆ ਵੀ ਹੋਇਆ ਕੀ ਸੀ। ਮਸਲਨ 78 ਤੋਂ ਮੈਂ ਪਹਿਲੀ ਕਿਤਾਬ ਵੀ ਸ਼ੁਰੂ ਕੀਤੀ ਹੈ, ਇਹ ਵੀ 78 ਤੋਂ ਸ਼ੁਰੂ ਕੀਤੀ। ਹੁਣ ਫਰਕ ਕੀ ਹੈ ਦੋਵਾਂ ਦੇ ਵਿੱਚ? ਨਿਰੰਕਾਰੀ ਉਹ ਜੜ ਹੈ। ਹੁਣ ਦੋਵਾਂ 'ਚ ਫਰਕ ਕੀ ਹੈ? ਮੈਂ ਸੋਚਿਆ ਵੀ ਉਹ ਇਵੈਂਟ 13 ਅਪ੍ਰੈਲ 1988 ਜਰਨਲਿਸਟਿਕਲੀ ਜਿਹੜੀ ਆਪਣੀ ਪ੍ਰੋਫੈਸ਼ਨਲ ਟ੍ਰੇਨਿੰਗ ਹੈ, ਉਹ ਤੇ ਉਹਨੂੰ ਰੀਕਨਸਟਰਕਟ ਕੀਤਾ ਜਾਵੇ, ਸਟੋਰੀ ਨੂੰ। ਪੁਰਾਣੀਆਂ ਫਾਈਲਾਂ ਸਟੱਡੀ ਕੀਤੀਆਂ। ਇੱਕੋ ਸਟਾਫਰ ਸੀ ਉੱਥੇ ਇੰਗਲਿਸ਼ ਦਾ, ਸਰਦਾਰ ਦਲਵੀਰ ਸਿੰਘ ਸੀਗਾ ਟ੍ਰਿਬਿਊਨ ਦੇ ਵਿੱਚ। ਪੁਰਾਣੀਆਂ ਫਾਈਲਾਂ ਦੇਖੀਆਂ, ਵਿੱਚੋਂ ਕੁਛ ਨਹੀਂ ਖਾਸ ਗੱਲ ਨਿਕਲੀ। ਮੋਟੀ ਮੋਟੀ ਗੱਲ ਸੀ, ਡਿਟੇਲ ਉਹ ਰਿਪੋਰਟਿੰਗ ਹੁੰਦੀ ਵੀ ਇਸ ਤਰ੍ਹਾਂ ਹੀ ਸੀ। ਹਾਂਜੀ। ਫਿਰ ਮੈਂ ਕੁਛ ਕਰੈਕਟਰ ਲੱਭਣੇ ਸ਼ੁਰੂ ਕੀਤੇ ਜਿਹੜੇ ਉਹ ਆਈ ਵਿਟਨੈਸ ਸੀ ਸਾਰੀ ਗੱਲ ਦੇ। ਕਰਦੇ ਕਰਾਉਂਦੇ ਮੈਨੂੰ 5-6 ਲੋਕ ਐਸੇ ਮਿਲ ਗਏ ਜਿਹੜੇ ਉਸ ਪ੍ਰੋਸੈਸ਼ਨ ਦਾ ਪਾਰਟ ਸੀ, ਜਿਹੜਾ ਦਰਬਾਰ ਸਾਹਿਬ ਤੋਂ ਚੱਲਿਆ ਸੀ ਤੇ ਉੱਥੇ ਤੱਕ ਪਹੁੰਚਿਆ ਸੀ। ਉਹਨਾਂ ਦੇ ਵਿੱਚ ਇੱਕ ਪ੍ਰੋਫੈਸਰ ਮਨਜੀਤ ਸਿੰਘ, ਜਿਹੜੇ ਬਾਅਦ ਵਿੱਚ ਜਥੇਦਾਰ ਅਕਾਲ ਤਖਤ ਬਣੇ, ਉਹ ਵੀ ਸੀ। ਉਹ ਫਿਰ ਮੈਂ ਆਈ ਵਿਟਨੈਸ ਸਾਰਾ ਰੀਕ੍ਰੀਏਟ ਕੀਤਾ ਸਾਰਾ। ਸੋ ਇੱਕ ਤਾਂ ਮੇਨ ਫਰਕ ਇਹ ਹੈ, ਜਦੋਂ ਤੁਸੀਂ ਰੀਕ੍ਰੀਏਟ ਕਰਦੇ ਹੈ ਫਿਰ ਵਿੱਚੋਂ ਬਹੁਤ ਕੁਝ ਨਿਕਲਦਾ ਵੀ ਹੋਇਆ ਕੀ ਸੀ, ਕਿਉਂ ਹੋਇਆ। ਪਰ ਉਹਦੇ 'ਚ ਇੱਕ ਇਹ ਅਕਸਰ ਹੁੰਦਾ ਰਿਹਾ ਵੀ ਜਿਹੜੀਆਂ ਕਿਤਾਬਾਂ ਲਿਖੀਆਂ ਨੇ ਹੋਰਾਂ ਨੇ, ਹਰੇਕ ਦਾ ਆਪਣਾ ਪਰਸੈਪਸ਼ਨ ਤੇ ਆਪਣਾ ਫਰੇਮਵਰਕ ਹੈਗਾ। ਮਤਲਬ ਉਹਦੀਆਂ
ਕਿਉਂਕਿ ਬਹੁਤੀਆਂ ਜਿਹੜੀਆਂ ਕਿਤਾਬਾਂ ਜਾਂ ਐਂਟੀ ਜਾਂ ਪ੍ਰੋ ਲਿਖੀਆਂ ਗਈਆਂ ਨੇ ਕਿ ਜਾਂ ਤਾਂ ਖਾਲਿਸਤਾਨ ਦੀ ਐਂਟੀ, ਠੀਕ ਹੈ, ਜਾਂ ਕੁਝ ਉਹਨਾਂ ਨੇ ਲਿਖੀਆਂ ਜਿਵੇਂ ਜਨਰਲ ਬਰਾੜ ਨੇ ਲਿਖੀ ਹੈ ਜਾਂ ਹੋਰਾਂ ਨੇ ਜਿਹੜੇ ਵਿੱਚ ਉਸ ਤਰ੍ਹਾਂ ਦੇ ਹਾਂ ਉਹਨਾਂ ਨੇ ਆਪਣੀ ਸਾਈਡ ਦਿੱਤੀ ਹੈ, ਉਹਨਾਂ ਨੇ ਆਪਣੀ ਸਾਈਡ ਦਿੱਤੀ। ਮਤਲਬ ਤੁਹਾਡੀ ਕਿਤਾਬ 'ਚ ਕੀ ਮਤਲਬ ਹੈਗਾ ਨਵੇਕਲਾ ਜਿਹੜਾ ਤੁਹਾਡਾ ਇੰਟਰਸਟਿੰਗ ਸਵਾਲ ਹੈ। ਮੈਂ ਸ਼ੁਰੂ ਹੀ ਇੱਥੇ ਹੀ ਗੱਲ ਕੀਤੀ ਵੀ ਫਰੇਮਵਰਕ ਦੇ ਵਿੱਚ ਨਹੀਂ, ਐਜ਼ ਅ ਜਰਨਲਿਸਟ ਮੈਂ ਦੇਖੂੰਗਾ ਵੀ ਹੋਇਆ ਕੀ ਸੀ, ਮਤਲਬ ਫੈਕਚੁਅਲ ਤੁਸੀਂ ਉਹਦੇ ਗ੍ਰਾਸ ਰੂਟ ਤੇ ਕੀ ਹੋਇਆ ਹੈ। ਓਕੇ, ਠੀਕ ਹੈ ਜੀ, ਉੱਥੋਂ ਫਿਰ ਗੱਲ ਤੁਰਦੀ ਹੈ। ਇਸੇ ਕਰਕੇ ਮੈਂ ਸ਼ੁਰੂ 78 ਤੋਂ ਕੀਤਾ। ਠੀਕ ਹੈ। ਤੇ ਫਿਰ ਜਦੋਂ ਕੁਝ ਲੋਕਾਂ ਨੇ ਉਹਦਾ ਬਦਲਾ ਲੈਣ ਦੀ ਸੋਚੀ, ਫਿਰ ਮੈਂ ਦੇਖਿਆ ਵੀ ਉਹ ਬੰਦੇ ਟਰੇਸ ਕਰੋ ਤੇ ਉਹ ਲੋਕ ਕੌਣ ਸੀ, ਕਿਵੇਂ ਆਪਰੇਟ ਕੀਤਾ। ਉਹਨਾਂ ਚੋਂ ਇੱਕ ਦੋ ਬੰਦੇ ਜਿਉਂਦੇ, ਇੱਕ ਬਾਹਰ ਹੈ। ਸੋ ਕਿਸੇ ਹੋਰ ਨਾਂ 'ਤੇ ਮੇਰੇ ਖਿਆਲ ਦੇ ਵਿੱਚ ਕਿਤੇ ਰਹਿ ਰਹੇ ਹੋਣੇ। ਸੋ ਉਹ ਗਰੁੱਪ ਟਰੇਸ ਕੀਤੇ ਸਾਰੇ। ਸਨ ਜਰਨੈਲ ਸਿੰਘ ਦੇ ਦਬਦਬੇ ਟਕਸਾਲ ਦਾ ਸ਼ੁਰੂ 'ਚ ਕੀ ਰੋਲ ਸੀ, ਇਹਨਾਂ ਦਾ ਕੀ ਰੋਲ ਸੀ, ਤੇ ਵਿੱਚੋਂ ਭਾਈ ਰਣਜੀਤ ਸਿੰਘ ਨਿਕਲੇ, ਇੰਡੀਵਿਜੂਅਲ ਇਲੈਕਸ਼ਨ, ਉਹ ਸਾਰਾ ਕਿਵੇਂ ਹੋਇਆ। ਸੋ ਉੱਥੇ ਤੱਕ ਮੈਂ ਗਿਆ। ਕਰਦੇ ਕਰਾਉਂਦੇ ਇੱਕ ਦਿਨ ਇਨਫੋਰਮੇਸ਼ਨ ਮਿਲ ਗਈ ਕਿ ਢਿਲਵਾਂ ਬੱਸ ਕਾਂਡ ਦਾ ਇੱਕ ਕਰੈਕਟਰ ਜਿਹਨੇ ਉਹ ਕਤਲੇਆਮ ਕੀਤਾ ਸੀ ਹਿੰਦੂਆਂ ਦਾ, ਉਹ ਜਿਉਂਦਾ। ਅੱਛਾ। ਮੈਂ ਉਦੋਂ ਮੋਬਾਈਲ ਵੀ ਨਹੀਂ ਸੀ ਬਹੁਤਾ। ਕਰਦੇ ਕਰਾਉਂਦੇ 6 ਮਹੀਨੇ ਨਿਕਲ ਗਏ ਤੇ ਫਿਰ ਸੁਨੇਹਾ ਆਇਆ, ਕਹਿੰਦਾ ਵੀ ਇੰਟਰਵਿਊ ਕਰ ਲੈ, ਨਹੀਂ ਤਾਂ ਸ਼ਾਇਦ ਉਹ ਵੀ ਚਲਾ ਜਾਏ। ਤੇ ਮੈਨੂੰ ਇੱਕ ਦੋਸਤ ਨੇ ਉਸ ਵੇਲੇ ਬੜੀ ਹੈਲਪ ਕੀਤੀ, ਉਹਦਾ ਦਾ ਨਾਮ ਗੁਰਦਰਸ਼ਨ ਸਿੰਘ ਭਾਈਆ। ਉਹ ਕਹਿੰਦੇ ਵੀ ਗੱਡੀ 'ਚ ਬਹਿ ਸਕਦੇ। ਮੈਂ ਕਹਿੰਦਾ ਬਹਿ ਤਾਂ ਸਕਦਾ। ਕਹਿੰਦਾ ਚੱਲ ਮੈਂ ਚਲਾਉਣਾ। ਮੈਂ ਗੱਡੀ ਲੈ ਕੇ ਆਪਦੀ ਤੇ ਭਾਈਆ ਸਾਹਿਬ ਦੇ ਕੋਲੇ ਚਲਾ ਗਿਆ। ਭਾਈਆ ਸਾਹਿਬ ਨੇ ਫਿਰ ਮੈਨੂੰ ਪਤਾ ਨਹੀਂ ਕਿੰਨੇ ਚੱਕਰ ਲਵਾਏ। ਇਨੀਸ਼ੀਅਲੀ ਗਰਾਊਂਡ ਵਰਕ ਸਾਰਾ ਇੱਕ ਬੰਦੇ ਦੀ ਕੋਆਪਰੇਸ਼ਨ ਹੈ ਮੇਰੇ ਨਾਲ, ਉਹ ਗੁਰਦਰਸ਼ਨ ਸਿੰਘ ਭਾਈਆ। ਉਹਦੇ ਬਿਨਾਂ ਮੇਰੇ ਖਿਆਲ 'ਚ ਇਹ ਕਿਤਾਬ ਪੋਸੀਬਲ ਨਹੀਂ ਸੀ। ਇਸ ਤਰ੍ਹਾਂ ਫਿਰ ਅਸੀਂ ਗ੍ਰਾਸ ਰੂਟ 'ਤੇ ਕੰਮ ਕਰਕੇ ਇਹ ਮੈਟਰ ਇਕੱਠਾ ਕੀਤਾ। ਦੋਵਾਂ ਕਿਤਾਬਾਂ ਦਾ ਇਹ ਫਰਕ ਹੈ। ਪਰ ਇਹਦੇ ਵਿੱਚ ਜਿਹੜੀਆਂ ਕੋਈ ਵੱਡੀਆਂ ਘਟਨਾਵਾਂ ਜਿਹੜੀਆਂ ਸੀਗੀਆਂ, ਉਹਦਾ ਮਤਲਬ ਕੋਈ ਨਵੇਂ ਐਸਪੈਕਟ ਕਿਹੜੀਆਂ 'ਚ ਸਾਹਮਣੇ ਆਏ ਕੋਈ? ਹਾਂ, ਮਤਲਬ ਢਿਲਵਾਂ ਹੀ ਹੈ। ਹਾਂ, ਢਿਲਵਾਂ ਦਾ ਮਸਲਾ ਸੀ, ਜਾਂ ਇੰਦਰਾ ਗਾਂਧੀ ਦਾ ਜਿਹੜੇ ਅਸੈਸੀਨੇਸ਼ਨ ਹੋਈ ਸੀ, ਜਾਂ ਈਵਨ ਜਿਹੜਾ ਬਲੂ ਸਟਾਰ ਦਾ ਹੁਣ ਉਹੀ ਰੌਲਾ ਪਈ ਜਾਂਦਾ ਵੀ ਉਹ ਫੌਜ ਕਿਹਨੇ ਬੁਲਾਈ ਸੀ, ਹੁਕਮ ਕਿਹਨੇ ਦਿੱਤੇ ਸੀ। ਮੈਂ ਕੁਝ ਇਸ਼ੂਜ਼ ਇਸੇ ਕਰਕੇ ਇਹਦੇ ਵਿੱਚ ਸੈਟਲ ਕੀਤੇ। ਹਾਂ, ਮਤਲਬ ਉਹ ਕਿਉਂਕਿ ਉਹ ਕੰਟਰੋਵਰਸੀ ਹਰ ਵਾਰੀ ਉੱਠਦੀ ਆ। ਉਹ ਗੁਰਦੇਵ ਸਿੰਘ ਬਰਾੜ ਡੀਸੀ ਸੀ। ਹਾਂ, ਉਹਨਾਂ ਨੇ ਇੰਪ੍ਰੈਸ਼ਨ ਇਹ ਦਿੱਤਾ ਕਿ ਮੈਂ ਤਾਂ ਇਨ ਪ੍ਰੋਟੈਸਟ ਰਿਜ਼ਾਈਨ ਕੀਤਾ ਸੀ, ਮੈਂ ਤਾਂ ਸਾਈਨ ਨਹੀਂ ਸੀ ਕਰਦਾ। ਅਸਲੀਅਤ ਇਹ ਸੀ ਕਿ ਉਹਨਾਂ ਨੇ ਐਕਸ ਇੰਡੀਆ ਲਈ ਪਹਿਲਾਂ ਹੀ ਅਪਲਾਈ ਕੀਤੀ ਹੋਈ ਸੀਗੀ। ਠੀਕ ਹੈ, ਉਹ ਤਾਂ ਹੁਣ ਕਾਫੀ ਆ ਚੁੱਕਿਆ ਸਾਰਾ। ਹਾਂਜੀ, ਤੇ ਆਇਆ ਤਾਂ ਬਹੁਤ ਬਾਅਦ ਦੇ ਵਿੱਚ। ਮੈਂ ਬੜੀ ਦੇਰ ਪਹਿਲਾਂ ਇਹ ਟਰੇਸ ਕਰ ਲਿਆ ਸੀ। ਮੇਰੇ ਕੋਲ ਜੇ ਤੁਸੀਂ ਪਹਿਲੇ ਡਰਾਫਟ ਦੀ ਡੇਟ ਦੇਖੋ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਵੀ ਕਿਸ ਵੇਲੇ ਸਾਰੀ ਗੱਲ ਹੋਈ। ਤੇ ਮੈਨੂੰ ਬੜੀ ਅਜੀਬ ਗੱਲ ਲੱਗੀ ਵੀ ਜਿਸ ਬੰਦੇ ਨੇ ਛੁੱਟੀ 'ਤੇ ਅਪਲਾਈ ਕੀਤਾ ਹੋਵੇ ਉਹ ਕਲੇਮ ਕਰੇ ਕਿ ਮੈਂ ਪ੍ਰੋਟੈਸਟ ਦੇ ਵਿੱਚ ਗਿਆ। ਜਦੋਂ ਪਹਿਲੀ ਕਿਤਾਬ ਲਿਖੀ ਮੈਂ ਇਹਨਾਂ ਨੂੰ ਮਿਲਿਆ ਸੀ ਬਰਾੜ ਸਾਹਿਬ ਨੂੰ। ਠੀਕ ਹੈ। ਉਹ ਕਹਿੰਦੇ ਮੈਂ ਗੱਲ ਨਹੀਂ ਕੋਈ ਬਹੁਤੀ ਕਰਨੀ, ਆਹ ਮੇਰੇ 12 ਪੇਜ ਆ ਲਿਖੇ ਹੋਏ, ਇਹ ਤੁਸੀਂ ਲੈ ਜਾਓ, ਹੋਰ ਮੈਂ ਕੁਛ ਨਹੀਂ ਦੱਸਣਾ। ਅੱਛਾ। ਬੜਾ ਹੁਣ ਗੱਲ ਸਮਝ ਆਉਂਦੀ ਹੈ ਵੀ ਕਿਉਂ ਸੀ। ਹਾਂਜੀ, ਕੁਛ ਪਾ ਰਹੇ ਸੀਗੇ। ਲੇਕਿਨ ਪਹਿਲੀ ਕਿਤਾਬ ਦੇ ਵਿੱਚ ਮੈਂ ਇੱਕ ਗੱਲ ਕੋਟ ਕੀਤੀ ਸੀ। ਹੋਮ ਮਿਨਿਸਟਰੀ ਨੇ ਜਿਹੜੀ 2 ਜੂਨ ਨੂੰ ਦਿੱਲੀ 'ਚ ਸਟੇਟਮੈਂਟ ਇਸ਼ੂ ਕੀਤੀ ਸੀ, ਉਹਦੇ 'ਚ ਉਹਨਾਂ ਨੇ ਲਿਖਿਆ ਸੀ ਕਿ ਗਵਰਨਰ ਨੇ ਫੌਜ ਬੁਲਾਈ ਹੈ। 2 ਜੂਨ 1984। ਮੈਂ ਦੂਜੀ ਕਿਤਾਬ ਵੇਲੇ RTI 'ਚ ਇਨਫੋਰਮੇਸ਼ਨ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ, ਆਰਮੀ ਤੋਂ ਵੀ, ਯੂਨੀਅਨ ਹੋਮ ਮਿਨਿਸਟਰੀ ਤੋਂ ਵੀ, ਪੰਜਾਬ ਰਾਜ ਭਵਨ ਤੋਂ ਵੀ, ਤੇ ਪੰਜਾਬ ਹੋਮ ਡਿਪਾਰਟਮੈਂਟ ਤੋਂ ਵੀ, ਕਿਤੋਂ ਕੁਛ ਨਹੀਂ ਮਿਲਿਆ ਮੈਨੂੰ। ਅੱਛਾ। ਇਹ ਜ਼ਿਆਦਾ ਇੰਪੋਰਟੈਂਟ ਹੈ ਮੇਰੇ ਖਿਆਲ ਦੇ ਵਿੱਚ। ਅਲਟੀਮੇਟਲੀ ਇਹ ਤਾਂ ਗੱਲ ਸਾਹਮਣੇ ਆ ਗਈ ਕਿ ਅਮਰੀਕ ਸਿੰਘ ਪੁੰਨੀ ਸੈਕਟਰੀ ਹੋਮ ਸੀ, ਉਹਨਾਂ ਨੇ ਫਾਈਲ ਸਾਈਨ ਕੀਤੀ ਸੀ। ਲੇਕਿਨ ਸਰਕਾਰ ਕਿਉਂ ਵਾਰ-ਵਾਰ ਇਸ ਗੱਲ ਨੂੰ ਦਬਾ ਰਹੀ ਹੈ? ਕਿਉਂ ਰਮੇਸ਼ਿੰਦਰ ਸਿੰਘ ਤੇ ਬਲੇਮ ਜਾਵੇ ਬਿਨਾਂ ਕਿਸੇ ਗੱਲ ਤੋਂ? ਸੋ ਇਸ ਤਰ੍ਹਾਂ ਬਹੁਤ ਕੁਝ ਮੈਂ
ਇਹਦੇ ਵਿੱਚ ਲੱਭਣ ਦੀ ਕੋਸ਼ਿਸ਼ ਕੀਤੀ ਸਾਰੇ ਵੀ ਕੀ ਹੁੰਦਾ। ਬਲੂ ਸਟਾਰ ਅਖੀਰਲੇ ਪਹਿਲੀ ਜੂਨ ਤੱਕ ਸੈਂਟਰ ਦੇ ਸਨ ਜਰਨੈਲ ਸਿੰਘ ਨਾਲ ਗੱਲਬਾਤ ਚੱਲ ਰਹੀ ਸੀ, ਤੇ ਜਦੋਂ 12 ਕੁ ਵਜੇ ਗੱਲਬਾਤ ਖਤਮ ਕਰਕੇ ਉਹ ਲੋਕ ਬਾਹਰ ਨਿਕਲੇ ਤੇ ਉਹਨਾਂ ਨੂੰ ਐਸਕਾਰਟ ਕਰ ਰਹੇ ਸੀਗੇ 2-3 ਬੰਦੇ ਸਿੱਖ ਫੈਡਰੇਸ਼ਨ ਦੇ। ਹਜੇ ਬਾਹਰ ਨਿਕਲੀ ਹੈ ਕਿ ਸੀਆਰਪੀਐਫ ਦੀ ਫਾਇਰਿੰਗ ਸ਼ੁਰੂ ਹੋ ਗਈ। ਇਹ 2 ਜਣੇ ਸੀ ਦਿੱਲੀ ਵਾਲੇ। ਮਤਲਬ ਗੱਲਬਾਤ ਟੁੱਟ ਗਈ ਜੀ, ਡਾਇਲੌਗ ਨਹੀਂ। ਅੱਛਾ ਜੀ। ਨਹੀਂ, ਉਹ ਤਾਂ ਹੈਰਾਨ ਸੀਗੇ ਵੀ ਇਹ ਕੀ ਹੋ ਰਿਹਾ। ਅੱਛਾ ਜੀ। ਅੱਛਾ। ਇੱਕ ਨੂੰ ਲੈ ਕੇ ਇੱਕ ਸੱਜਣ ਨੇ ਉੱਥੇ ਸ਼ਰਨ ਲਈ ਨਾਲ ਹੀ ਉਸ ਜ਼ਮਾਨੇ ਦੇ ਵਿੱਚ ਪਾਰਕਿੰਗ ਹੁੰਦੀ ਸੀ ਕਾਰਾਂ ਦੀ ਦਰਬਾਰ ਸਾਹਿਬ ਦੇ ਬਾਹਰ। 2 ਜਣੇ ਉੱਥੇ ਚਲੇ ਗਏ। ਸੋ ਉੱਥੇ ਉਹ ਜਿਹੜਾ ਦਿੱਲੀ ਤੋਂ ਬੰਦਾ ਸੀ ਉਹ ਅਰੈਸਟ ਕਰ ਰਿਹਾ ਸੀ। ਉਹ ਕਹਿੰਦਾ ਵਾਟ ਇਜ਼ ਦ ਵੂਮਨ ਡੂਇੰਗ। ਕਹਿੰਦਾ ਸਾਨੂੰ ਇੱਥੇ ਗੱਲਬਾਤ ਵਾਸਤੇ ਭੇਜਿਆ ਹੈ, ਇੱਧਰੋਂ ਫਾਇਰਿੰਗ ਸ਼ੁਰੂ ਹੋ ਗਈ। ਸੋ ਇਹ ਅਖੀਰ ਤੱਕ ਚੱਲਦਾ ਰਿਹਾ। ਪਰ ਉਹਦੇ 'ਚ ਉਹ ਵੀ ਜਿਹੜਾ ਦੂਜਾ ਐਸਪੈਕਟ ਸੀ, ਜਿਹੜਾ ਉਹ ਧਾਰਮਿਕ ਜਿਹੜੀ ਕਿਤਾਬ ਲਿਖੀ ਸੀ ਵੀ ਏਜੰਸੀਆਂ ਦਾ ਰੋਲ ਸੀਗਾ, ਜਾਂ ਮਤਲਬ ਜਿਹੜੀ ਇਹ ਇਸ਼ੂ ਹਰ ਵਾਰੀ ਉਹ ਹੁੰਦਾ ਜੀ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਕਾਂਗਰਸ ਨੇ ਖੜਾ ਕੀਤਾ ਸੀ, ਜਾਂ ਉਹਨਾਂ ਉਹ ਵੀ ਤੁਸੀਂ ਐਸਪੈਕਟ ਮੈਂ ਉਹਦਾ ਜਵਾਬ ਦਿੰਦਾ। ਮੈਂ ਇੱਕ ਚੈਪਟਰ ਸਨ ਜਰਨੈਲ ਸਿੰਘ ਤੇ ਉਹਨਾਂ ਦੀ ਪੋਲਿਟਿਕਸ 'ਤੇ ਕੀਤਾ। ਮੇਰੇ ਖਿਆਲ ਦੇ ਵਿੱਚ ਪੂਰੀ ਕਿਤਾਬ ਲਿਖਣ ਦੀ ਲੋੜ ਹੈ। ਉਹ ਮੈਂ ਸ਼ੁਰੂ ਹੀ ਇੱਥੋਂ ਕੀਤਾ ਵੀ ਵਾਸ ਹੀ ਕ੍ਰੀਏਸ਼ਨ ਆਫ ਇੰਦਰਾ ਗਾਂਧੀ ਔਰ ਕਾਂਗਰਸ। ਹੁਣ ਮੈਨੂੰ ਸਮਝ ਨਹੀਂ ਆਈ ਵੀ ਅਸੀਂ ਆਪਣੇ ਆਪ ਨੂੰ ਬੜੇ ਸਿਆਣੇ ਸਮਝਦੇ ਕਈ ਵਾਰੀ। ਇੱਕ ਛੋਟੀ ਜਿਹੀ ਗੱਲ ਅਸੀਂ ਕੋਰਿਲੇਟ ਨਹੀਂ ਕਰ ਸਕੇ। ਮਿਸੇਜ ਗਾਂਧੀ ਆਊਟ ਆਫ ਪਾਵਰ ਜਾਂਦੀ ਮਾਰਚ 1977। 24 ਮਾਰਚ 1970 ਨੂੰ ਮੋਰਾਰਜੀ ਦੇਸਾਈ PM ਬਣ ਜਾਂਦੇ ਹੈ, ਤੇ ਉਸ ਤੋਂ ਬਾਅਦ ਮਿਸੇਜ ਗਾਂਧੀ ਦੀ ਹਰਾਸਮੈਂਟ ਸ਼ੁਰੂ ਹੋ ਜਾਂਦੀ ਹੈ। ਠੀਕ ਹੈ। ਸ਼ੀ ਇਜ਼ ਹਾਊਂਡਡ। ਮਾਂ ਪੁੱਤ ਦੋਵਾਂ ਦੀ ਏਜੰਸੀਆਂ ਵੀ ਖਿੱਚੀ ਫਿਰਦੀਆਂ ਹੈ, ਪੋਲੀਟੀਕਲ ਜਨਤਾ ਪਾਰਟੀ ਵੀ ਖਿੱਚੀ ਫਿਰਦੀ ਹੈ। ਸੋ ਉਸ ਵੇਲੇ ਮਿਸੇਜ ਗਾਂਧੀ ਤੇ ਸੰਜੇ ਗਾਂਧੀ ਆਪਣੀ ਸਰਵਾਈਵਲ ਦੀ ਲੜਾਈ ਲੜ ਰਹੇ ਸੀ। ਠੀਕ ਹੈ। ਸੰਤ ਕਰਤਾਰ ਸਿੰਘ ਦਾ ਐਕਸੀਡੈਂਟ ਹੋ ਜਾਂਦਾ 1 ਅਗਸਤ ਜਾਂ 2 ਅਗਸਤ ਨੂੰ, ਤੇ 16 ਅਗਸਤ ਨੂੰ ਉਹ ਚੱਲ ਵਸੇ, ਤੇ ਸੰਤ ਜਰਨੈਲ ਸਿੰਘ ਨੂੰ ਉਹਨਾਂ ਦੀ ਥਾਂ ਤੇ ਉਹ ਬਣੇ। ਜਿਸ ਮੌਕੇ ਤੇ ਮਿਸੇਜ ਗਾਂਧੀ ਤੇ ਸੰਜੇ ਗਾਂਧੀ ਆਪਣੀ ਸਰਵਾਈਵਲ ਦੀ ਲੜਾਈ ਲੜ ਰਹੇ ਸੀ ਕਿ ਉਸ ਵੇਲੇ ਉਹਨਾਂ ਨੇ ਸੋਚਿਆ ਵੀ ਪੰਜਾਬ ਦੇ ਵਿੱਚ ਸਾਨੂੰ ਅਕਾਲੀਆਂ ਦੇ ਖਿਲਾਫ ਇੱਕ ਬੰਦਾ ਖੜਾ ਕਰਨ ਦੀ ਲੋੜ ਹੈ, ਤੇ ਅਸੀਂ ਸੰਤ ਜਰਨੈਲ ਸਿੰਘ ਨੂੰ ਲੈ ਕੇ ਆਈਏ ਅੱਗੇ। ਬੜੇ ਹੈਰਾਨੀ ਦੀ ਗੱਲ ਹੈ। ਮੈਂ ਜ਼ਿਆਦਾ ਨਹੀਂ ਵਿਸਥਾਰ ਜਾਊਂਗਾ ਸਰ, ਇਸੇ ਇਹੀ ਗੱਲ ਤੇ ਮੈਂ, ਕਿਉਂਕਿ ਇਹ ਵੀ ਛਪਿਆ ਵੀ ਸੰਜੇ ਗਾਂਧੀ ਨੇ ਇੰਟਰਵਿਊ ਕੀਤਾ ਸੀ ਸੰਤ ਜਰਨੈਲ ਸਿੰਘ ਨੂੰ ਇੱਥੇ ਲਿਆਉਣ ਵਾਸਤੇ। ਹਾਂਜੀ, ਅਸੀਂ ਛੋਟੀ ਜਿਹੀ ਗੱਲ ਵੀ ਕਿਉਂ ਨਹੀਂ ਸੋਚ ਰਹੇ ਕਿ ਸੰਤ ਕਰਤਾਰ ਸਿੰਘ ਦਾ ਐਕਸੀਡੈਂਟ ਵੀ ਮਿਸੇਜ ਗਾਂਧੀ ਨੇ ਕਰਾਇਆ ਸੀ। ਸੰਤ ਕਰਤਾਰ ਸਿੰਘ ਲਗਾਤਾਰ ਲੜਾਈ ਲੜ ਰਹੇ ਸੀ। ਇੱਕ ਮਾਹੌਲ ਬਣਿਆ ਹੋਇਆ ਸੀ ਜਿਹਦੇ ਵਿੱਚ 80 ਚ ਪਾਵਰ ਜਾਈ ਨਾ ਦੁਬਾਰਾ 80 ਚ ਪਾਵਰ ਜਾਈ ਨਾ। ਉਦੋਂ ਪਹਿਲਾਂ ਕਾਫੀ ਕੁਝ ਹੋ ਚੁੱਕਾ ਹੈ। ਫਰਵਰੀ 1980 ਦੁਬਾਰਾ ਪਾਵਰ ਚ ਆਉਂਦੀ ਹੈ। ਹਾਂਜੀ, ਤੇ ਇੱਧਰ ਪ੍ਰੈਜ਼ੀਡੈਂਟ ਰੋਲ ਲੱਗ ਜਾਂਦਾ। ਪ੍ਰੈਜ਼ੀਡੈਂਟ ਰੋਲ ਪੰਜਾਬ ਦੇ ਵਿੱਚ ਸਰਕਾਰ ਡਿਸਮਿਸ ਹੋ ਜਾਂਦੀ ਹੈ। ਸੋ ਇਹ ਸਾਰੀ ਬੈਕਗਰਾਊਂਡ ਹੈ। ਹੁਣ ਤੱਕ ਦਬਦਬੀ ਟਕਸਾਲ ਇਸ ਗੱਲ ਦਾ ਜਵਾਬ ਨਹੀਂ ਦੇ ਸਕੀ ਲੌਜੀਕਲੀ ਕਿ ਉਹ ਕਿਵੇਂ ਕ੍ਰੀਏਸ਼ਨ ਸੀ ਮਿਸੇਜ ਗਾਂਧੀ ਦੀ। ਗੱਲ ਬੜੀ ਸਿੰਪਲ ਜੀ ਹੈ, ਮੈਂ ਡਿਟੇਲ ਦਿੱਤੀ ਹੈ। ਇਸ ਤੋਂ ਬਾਅਦ ਹੋਰ ਵੀ ਇੱਕ ਮੈਂ ਉਹ ਪੜ੍ਹਿਆ ਸੀ ਜਦੋਂ ਇੰਦਰਾ ਗਾਂਧੀ ਦੇ ਜਿਹੜਾ ਮਰਡਰ ਹੋਇਆ ਸੀ, ਉਹਦੇ 'ਚ ਵੀ ਉਹ ਸੁੱਖੇ ਜਿੰਦੇ ਦਾ ਸੀ ਕਿ ਕੌਣ ਸੀ, ਕਿਹੜਾ ਸੀ ਜਿਹੜਾ ਜਿੰਦਾ ਸੀ? ਜਿੰਦਾ। ਹਾਂ, ਜਿੰਦਾ। ਉਹ ਕੀ ਘਟਨਾ ਮੈਂ ਉਹਦੇ 'ਚ ਪੜ੍ਹੀ? ਬਹੁਤ ਕਮਾਲ ਦੀ ਗੱਲ ਹੈ। ਇਹ ਖਾਲਸਾ ਕਾਲਜ ਦਾ ਸਟੂਡੈਂਟ ਸੀਗਾ। ਅੱਛਾ, ਸੁੱਖਾ ਜਿੰਦਾ ਜਿਹੜੇ ਹਾਂ। ਤੇ ਇੱਕ ਦਿਨ ਵੈਦਿਆ ਕਾਂਡ ਜਿਹਨਾਂ ਨੂੰ ਫਾਂਸੀ ਹੋਈ, ਕਮਰਾ ਲੱਭ ਰਿਹਾ ਸੀ ਰਹਿਣ ਵਾਸਤੇ, ਤੇ ਹਰਭਜਨ ਬਰਾੜ, ਅੱਜ ਕੱਲ੍ਹ ਤੁਸੀਂ ਸ਼ਾਇਦ ਨਾ ਸੁਣਿਆ ਹੋਵੇ, ਪਾਕਿਸਤਾਨ ਦਾ ਬਹੁਤ ਉਹਨੇ ਅਰੇਂਜਮੈਂਟ ਕੀਤਾ ਸੀ ਪਿੱਛੇ ਆਉਣ ਜਾਣ, ਇਹ ਉਹ ਆਪਣੀ ਫਾਊਂਡੇਸ਼ਨ ਬਣਾਈ ਹੋਈ ਸੀ। ਉਹ ਕਿਸੇ ਵੇਲੇ ਇਸ ਪਾਸੇ ਵੀ ਐਕਟਿਵ ਹੁੰਦੇ ਸੀਗੇ, ਤੇ ਨਾਰਮਲੀ ਉਹਦੀ ਵਾਈਫ ਇਹ ਸਾਰਾ ਲੁੱਕ ਆਫਟਰ ਕਰਦੀ ਸੀ। ਉਹਨਾਂ ਨੇ ਕਮਰੇ ਕੁਮਰੇ ਬਣਾਏ ਸੀ ਕਰਾਸੇ ਦੇਣ ਵਾਲੇ ਸੀ। ਖਾਲਸਾ ਕਾਲਜ ਨੇੜੇ ਸੀ ਉਹਨਾਂ ਦੇ, ਪੁਤਲੀ ਘਰ ਵਾਲੇ ਸਾਈਡ 'ਤੇ ਰਹਿੰਦੇ ਸੀਗੇ। ਉਹ ਮੁੰਡਾ ਕਿਤੇ ਜਿੱਦਾਂ ਕਮਰਾ ਲੈਣ ਆ ਗਿਆ, ਗੱਲ ਕਰਦੇ ਕਰਦੇ ਉਹ ਕਹਿੰਦੇ ਤੂੰ ਤਾਂ ਮੇਰਾ ਕਜ਼ਨ ਹੈ ਦੂਰੋਂ,
ਕਵਰਾ ਦੇਤਾ। ਤੇ ਜਿੱਦਾਂ ਹੀ ਮਿਸਿਸ ਗਾਂਧੀ ਦਾ ਮਰਡਰ ਹੋਇਆ ਤੇ ਜਦੋਂ ਉਹਨੂੰ ਪਤਾ ਲੱਗਿਆ ਤੇ ਉਹਨੇ ਧਾਹਾਂ ਮਾਰ ਕੇ ਰੋਣਾ ਸ਼ੁਰੂ ਕਰਤਾ। ਅੱਛਾ, ਜਿੰਦੇ ਨੇ ਕਹਿੰਦੀ ਵੀ ਕਹਿੰਦੀ ਮੈਂ ਸੋਚਿਆ ਵੀ ਇਹਨੂੰ ਮੈਂ ਉਹਨੇ ਆਪ ਹੀ ਵਿਚਾਰੀ ਨਰੇਟ ਕਰਦੀ ਸਾਰਾ ਕੁਝ। ਕਹਿੰਦੀ ਮੈਂ ਸੋਚਿਆ ਵੀ ਇਹਨੂੰ ਕੀ ਹੋ ਗਿਆ। ਉਹਦਾ ਨਾਂ ਕੀ ਹੈ ਬੀਬੀ ਦਾ? ਉਹਦਾ ਮੈਂ ਲਿਖਿਆ, ਮੇਰੇ ਦਿਮਾਗ ਤੋਂ ਨਿਕਲ ਗਿਆ। ਅੱਛਾ। ਤੇ ਕਹਿੰਦੀ ਮੈਂ ਸੋਚਿਆ ਵੀ ਇਹਨੂੰ ਬੈਠੇ ਬੈਠੇ ਕੌਲੇ ਨੂੰ ਕੀ ਹੋ ਗਿਆ। ਕਹਿੰਦੀ ਫਿਰ ਉੱਠਿਆ ਤੇ ਕਹਿੰਦਾ ਮੈਂ ਮਠਿਆਈ ਲੈ ਕੇ ਆਉਣਾ। ਉਹ ਕਹਿੰਦੀ ਵੀ ਤੈਨੂੰ ਕੀ ਹੋਇਆ ਸੀਗਾ? ਉਹ ਕਹਿੰਦਾ ਮਾਰਨੀ ਤਾਂ ਮੈਂ ਸੀ ਪਹਿਲਾਂ। ਅੱਛਾ, ਇਸ ਕਰਕੇ ਰੋ ਰਿਹਾ ਸੀ? ਕਹਿੰਦਾ ਇਸ ਕਰਕੇ ਰੋ ਰਿਹਾ ਸੀ। ਕਹਿੰਦੀ ਮੈਂ ਸੋਚਿਆ ਸੀਗਾ ਵੀ ਇਹ ਬਦਲਾ ਮੈਂ ਲੈਣਾ। ਅੱਛਾ। ਕਹਿੰਦਾ ਮੈਂ ਤਾਂ ਰੋਇਆ ਸੀ। ਸੋ ਇਹ ਜਿਹੜੇ ਸੈਂਟੀਮੈਂਟ ਹੈ ਨਾ ਬਦਲਾ ਲੈਣ ਦਾ, ਇਹ ਲਗਾਤਾਰ ਚੱਲ ਰਿਹਾ ਸੀ। ਉਸੇ ਸੈਂਟੀਮੈਂਟ ਦੇ ਵਿੱਚੋਂ ਡੈਂਸਗੁਰੀ ਅੱਗੇ ਆਉਂਦੇ ਆ। ਨਾਨ ਪੋਲੀਟੀਕਲ ਲੋਕ ਬੇਸਿਕਲੀ, ਉਦੋਂ ਤੱਕ ਜਿੰਦਾ ਵੀ ਪੋਲੀਟੀਕਲ ਨਹੀਂ ਸੀ। ਬਲੂ ਸਟਾਰ ਨੇ ਇਹਨਾਂ ਲੋਕਾਂ ਨੂੰ ਦਾ ਦਿਲ ਤੋੜ ਠੇਸ ਵੱਜੀ ਸੀਗੀ ਕਿ ਲੋਕ, ਹਰ ਬੰਦਾ ਆਲਮੋਸਟ ਉਸ ਏਰੀਏ ਦੇ ਵਿੱਚ ਬਦਲਾ ਲੈਣ ਨੂੰ ਫਿਰਦਾ ਸੀ। ਇਹਦਾ ਮਤਲਬ ਤੁਸੀਂ ਇਹ ਸਮਝਦੇ ਹੋ ਵੀ ਇਹਦੇ 'ਚ ਹੁਣ ਜੋ ਕੁਛ ਤੁਸੀਂ ਇਹਦੇ 'ਚ ਸਾਰਾ ਬਿਊਰਾ ਦੇਤਾ ਵੀ ਇਹ ਸਾਰਾ ਕੁਛ ਆ ਗਿਆ, ਸਫੀਸ਼ੀਐਂਟ ਹੈ? ਨਹੀਂ, ਇਹ ਤਾਂ ਬਹੁਤ ਥੋੜ੍ਹਾ ਜਿਹਾ ਪਾਰਟ ਹੈ। ਅੱਛਾ। ਮੇਰੇ ਖਿਆਲ ਦੇ ਵਿੱਚ ਇਹ ਬਿਗਨਿੰਗ ਹੈ। ਮੈਂ ਚਾਹੁੰਦਾ ਕਿ ਮੇਰੇ ਖਿਆਲ ਕਾਫੀ ਲੋਕ ਹੁਣ ਚਾਹੁੰਦੇ ਆ ਵੀ ਜਿਹੜੀ ਮੂਵਮੈਂਟ ਅਸਲ ਜੋ ਕੁਛ ਹੋਇਆ ਹੈ ਉਹ ਸਾਹਮਣੇ ਆਵੇ। ਥਿਓਰੀ ਨਹੀਂ ਕੋਈ, ਥਿਓਰੀ ਤਾਂ ਉਹਦੀ ਬੇਸਿਸ ਤੇ ਬਣੇਗੀ। ਉਹਦਾ ਇੰਟਰਪ੍ਰੀਟੇਸ਼ਨ ਤਾਂ ਅਲੱਗ ਇਸ਼ੂ ਹੈ, ਉਹ ਅਲੱਗ ਇਸ਼ੂ ਹੈ। ਅਸੀਂ ਸਾਡੇ ਹੁਣ ਤੱਕ ਜਿਹੜੀ ਕਿਤਾਬਾਂ ਲਿਖੀਆਂ ਗਈਆਂ ਉਹ ਇੰਟਰਪ੍ਰੀਟੇਸ਼ਨ ਪਹਿਲਾਂ ਹੈ, ਸਿਰਫ ਇੰਟਰਪ੍ਰੀਟੇਸ਼ਨ ਜ਼ਿਆਦਾ ਬਈ ਹੋਇਆ ਕੀ ਹੈ ਜਾਂ ਆਪਣਾ ਪਰਸੈਪਸ਼ਨ ਜਿਹੜਾ ਹੁਣ ਸਾਨੂੰ ਜਰਨੈਲ ਸਿੰਘ ਦਾ ਬਿਲਡਅਪ ਹੈ। ਤੁਸੀਂ ਕੰਸਾਈਡ ਕਰੋ, ਜਦੋਂ ਅਕਾਲੀ ਦਲ ਦੀ ਮਿਸਿਸ ਗਾਂਧੀ ਨਾਲ ਗੱਲਬਾਤ ਚੱਲ ਰਹੀ ਹੈ, ਉਹਦੇ 'ਚ ਸਭ ਤੋਂ ਟਾਪ ਦੀ ਮੰਗ ਹੈ ਉਹ ਹੈ ਕਿ ਸੰਤ ਭੰਡਰਾਲੇ ਦੇ ਨੂੰ ਰਿਲੀਜ਼ ਕਰੋ। ਤੇ ਹਾਂ, ਠੀਕ ਹੈ, ਡਿਮਾਂਡ ਨੰਬਰ 1 ਮੇਰਾ ਨੰਬਰ 1 ਤੇ ਹੈ, ਬਾਕੀ ਥੱਲੇ ਆ ਗਈ। ਬਿਲਡਅਪ ਉੱਥੋਂ ਹੈ। ਜਿਸ ਦਿਨ ਫਿਰੋਜ਼ਪੁਰ ਜੇਲ੍ਹ 'ਚੋਂ ਸੰਤ ਭੰਡਰਾਲਾ ਰਿਲੀਜ਼ ਹੁੰਦੇ ਹੈ, ਉਹਨੂੰ ਗੁਰਜੀਤ ਸਿੰਘ ਟੌੜਾ ਪ੍ਰੋਸੈਸ਼ਨ ਦੇ ਵਿੱਚ ਅੰਮ੍ਰਿਤਸਰ ਲੈ ਕੇ ਜਾਂਦੇ ਹੈ। ਠੀਕ ਹੈ। ਰੌਲਾ ਪੈ ਰਿਹਾ ਵੀ ਪਾਇਆ ਲੋਕਾਂ ਨੇ ਵੀ ਕਾਂਗਰਸ ਦੀ ਕ੍ਰੀਏਸ਼ਨ ਸੀ। ਉਸ ਬਿਲਡਅਪ ਦੇ ਵਿੱਚ ਦੋ ਬੰਦਿਆਂ ਦਾ ਮੇਨ ਰੋਲ ਸੀ, ਗੁਰਚਰਨ ਸਿੰਘ ਟੌੜਾ ਤੇ ਅਕਾਲ ਤਖਤ ਦੇ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ। ਜੇ ਕਾਂਗਰਸ ਦੀ ਕ੍ਰੀਏਸ਼ਨ ਹੁੰਦਾ, ਜਿਹੜੇ ਸਭ ਤੋਂ ਸੀਨੀਅਰ ਲੈਵਲ ਤੇ ਸਿੱਖ ਲੀਡਰ ਬੈਠੇ ਸੀਗੇ ਤੇ ਉਹਨੇ ਥੋੜ੍ਹੀ ਸਪੋਰਟ ਕਰਨਾ ਸੀ। ਸੋ ਉਹ ਤਾਂ ਮੈਂ ਕਹਿੰਦਾ ਵੀ ਇਹ ਗੱਲ ਅੱਗੇ ਤੁਰਨੀ ਚਾਹੀਦੀ ਹੈ। ਅਤੇ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਜਿਹੜਾ ਤੁਸੀਂ ਉਹਦੇ ਵਿੱਚ ਵੀ ਪੂਰਾ ਕਾਫੀ ਚੈਪਟਰ ਮਤਲਬ ਉਹਨਾਂ ਦਾ ਬਿਊਰਾ ਦਿੱਤਾ ਸੀ, ਇਹਦੇ 'ਚ ਕੋਈ ਉਹਨਾਂ ਦੀ ਸ਼ਖਸੀਅਤ ਬਾਰੇ ਤੁਸੀਂ ਕੀ ਉਹਨੂੰ ਅਸੈਸ ਕੀਤਾ ਹੈ? ਕੋਈ ਨਵੀਂ ਗੱਲ ਉਹਦੇ 'ਚ? ਨਹੀਂ, ਇਹਦੇ ਬੇਸਿਕ ਉਹੀ ਹੈ, ਜਿਹੜੀ ਕਮਿਟਮੈਂਟ ਤੇ ਆਨੈਸਟੀ ਆਫ ਪਰਪਸ। ਓਕੇ। ਉਹ ਸੀ। ਇਹ ਬੰਦਾ ਵੱਖਰੀ ਤਰ੍ਹਾਂ ਛੱਡ ਕੇ ਜਾ ਸਕਦਾ ਸੀ ਤੇ ਫਿਰ ਉਹ ਸਾਨੂੰ ਜਰਨੈਲ ਸਿੰਘ ਨਹੀਂ ਸੀ ਹੋਣਾ। ਨਹੀਂ ਸੀ ਹੋਣਾ। ਹੁਣ ਦਰਬਾਰ ਸਾਹਿਬ 'ਚ ਮੈਮੋਰੀਅਲ ਹੈ। ਵੇਰੀਅਰ ਸ਼ਬਦ ਵਰਤਿਆ ਸੀ ਉਹਦੇ ਵਾਸਤੇ? ਵਾਰੀਅਰ ਸ਼ਬਦ ਵਰਤਿਆ ਉਹਦੇ ਵਾਸਤੇ? ਮੈਂ ਕੀ ਲਿਖਿਆ ਉਹਨੂੰ, ਭਿੰਡਰਾਂਵਾਲੇ ਦੀ ਪਰਸਨੈਲਿਟੀ ਨੂੰ ਕੀ ਤੁਸੀਂ ਸਮ ਅਪ ਕੀਤਾ? ਹਾਂ, ਮੈਂ ਵੈਰੀਅਰ ਫਰਮ ਦੇ ਪਾਸਟ। ਅੱਛਾ। ਜਿਹੜੇ ਪੁਰਾਣੇ ਸਿੱਖ ਜਰਨੈਲ ਹੁੰਦੇ ਸੀ ਨਾ, ਹਾਂ, ਉਸ ਮੋੜ ਦੇ ਵਿੱਚ ਮੈਨੂੰ ਉਹਦੀ ਸ਼ਖਸੀਅਤ ਲੱਗਦੀ। ਮਤਲਬ ਜਿਹੜੇ ਹਰੀ ਸਿੰਘ ਨਲੂਆ, ਸੇਮ ਉਹ ਜਿਹੜੀ ਸੀ ਨਾ ਵਿਰਸਾ, ਉਹਨੂੰ ਇਹ ਇਨਸਾਨ ਅੱਗੇ ਲੈ ਕੇ ਚੱਲਿਆ। ਉੱਥੇ ਆਪਣੀ ਕੁਰਬਾਨੀ ਦਿੱਤੀ ਹੈ। ਇਹ ਵੀ ਕੰਪਰੋਮਾਈਜ਼ ਕਰ ਸਕਦਾ ਸੀ, ਨਹੀਂ ਕੀਤਾ। ਤੁਸੀਂ ਉਹਦੀ ਪੋਲਿਟਿਕਸ ਨਾਲ ਐਗਰੀ ਕਰੋ ਜਾਂ ਨਾ ਕਰੋ, ਉਹਦੀ ਕਮਿਟਮੈਂਟ ਤੇ ਆਨੈਸਟੀ ਆਫ ਪਰਪਸ, ਇਹ ਤੇ ਕੋਈ ਕੁਐਸਚਨ ਨਹੀਂ ਹੈ। ਪਰ ਜਿਹੜੀ ਖਾਲਿਸਤਾਨੀ ਲਹਿਰ ਸੀ, ਜਿਹੜੀ ਐਕਚੁਅਲੀ ਮਤਲਬ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੇਲੇ ਤੱਕ ਖਾਲਿਸਤਾਨ ਦਾ ਫਾਰਮਲ ਆਇਆ ਵੀ ਨਹੀਂ ਸੀ ਉਸ ਤਰ੍ਹਾਂ ਦਾ ਕਨਸੈਪਟ, ਕਿਉਂਕਿ ਉਹਨਾਂ ਦਾ ਆਪ ਵੀ ਨਹੀਂ ਗੱਲ ਕੀਤੀ। ਖਾਲਿਸਤਾਨੀ ਲਹਿਰ ਜਿਹੜੀ ਸੀਗੀ ਉਹਦਾ ਕੀ ਮਤਲਬ, ਉਹ ਅਸਲੀ ਕਿੰਨੀ ਕੁ ਸੀ ਤੇ ਉਹਦੇ 'ਚ ਦੂਜਾ ਕਿੰਨਾ ਸੀ, ਰਲਾ ਕਿੰਨਾ ਕੁ ਸੀ, ਏਜੰਸੀਆਂ ਕਿੰਨੀਆਂ ਸੀ? ਆਪਾਂ ਸਿੱਧੀ ਗੱਲ ਕਰੀਏ। ਸੰਤ ਜਰਨੈਲ ਸਿੰਘ ਨੇ ਮੇਰੇ ਖਿਆਲ ਦੇ ਵਿੱਚ ਇੱਕ ਗਲਤੀ ਕੀਤੀ।
ਲੜਾਈ ਤਾਂ ਉਹ ਲੜ ਰਹੇ ਸੀ ਖਾਲਿਸਤਾਨ ਦੀ, ਕਿਹਾ ਕਦੇ ਨਹੀਂ ਸੀ। ਕਿਹਾ ਨਹੀਂ ਸੀ। ਮੇਰਾ ਸਿੰਪਲ ਜਿਹਾ ਕੁਐਸਚਨ ਹੈ ਤੇ ਕਿ ਹਥਿਆਰਬੰਦ ਲੜਾਈ ਸਨ ਜਰਨੈਲ ਸਿੰਘ ਨੇ ਜਿਹੜੀ ਸ਼ੁਰੂ ਕੀਤੀ ਸੀਗੀ, ਜਾਂ ਜਿਹੜੀ ਉਹਨਾਂ ਦੇ ਨਾਂ 'ਤੇ ਲਿਖੀ ਜਾਂਦੀ ਸ਼ੁਰੂ ਸ਼ਾਇਦ ਉਹਨਾਂ ਨੇ ਨਾ ਕੀਤੀ ਹੋਵੇ, ਕਈਆਂ ਨੇ ਕੀਤੀ ਹੋਵੇ ਇਕੱਠਿਆਂ ਨੇ, ਕਿ ਉਹ ਅਨੰਦਪੁਰ ਸਾਹਿਬ ਦੇ ਮਤੇ ਵਾਸਤੇ ਸੀ। ਮਤਾ ਤਾਂ ਅੱਜ ਕੱਲ੍ਹ ਇਰੈਲੀਵੈਂਟ ਹੈ। ਖਾਲਿਸਤਾਨ ਦਾ ਆਈਡੀਆ ਜਿਉਂਦਾ, ਆਈਡੀਆ ਜਾਉਂ ਤੁਸੀਂ ਸਹਿਮਤ ਹੋ ਨਾ? ਆਈਡੀਆ ਤਾਂ ਕਦੇ ਮਰਦਾ ਨਹੀਂ, ਨਹੀਂ ਮਰਦਾ, ਠੀਕ ਹੈ, ਬਿਲਕੁਲ। ਮੂਵਮੈਂਟ ਕ੍ਰਸ਼ ਹੋ ਜਾਂਦੀ ਆ, ਆਈਡੀਆ ਕ੍ਰਸ਼ ਨਹੀਂ ਹੁੰਦਾ। ਜੇ ਸਨ ਜਰਨੈਲ ਸਿੰਘ ਖਾਲਿਸਤਾਨ ਦੇ ਨਾਂ 'ਤੇ ਲੜਦੇ ਸ਼ਾਇਦ ਗੱਲ ਹੋਰ ਹੁੰਦੀ। ਖਾਲਿਸਤਾਨ ਦੀ ਸਟਰਗਲ ਬਾਅਦ ਵਿੱਚ ਬਣਦੀ ਹੈ, ਉਦੋਂ ਨਹੀਂ ਸੋ ਉਹਦੇ 'ਚ ਫਿਰ ਹਰ ਤਰ੍ਹਾਂ ਦੇ ਲੋਕ ਆ ਗਏ। ਏਜੰਸੀ ਦੀ ਪੂਰੀ ਪੈਨੀਟ੍ਰੇਸ਼ਨ ਹੋਈ ਤੇ ਹੁਣ ਇੰਡੀਵਿਜੂਅਲ ਦਾ ਹੀ ਪਤਾ ਵੀ ਕੌਣ ਕਿੱਥੇ ਖੜਾ ਸੀਗਾ, ਕਿਸ ਏਜੰਸੀ ਨੇ ਕਿਹਨਾਂ ਨੂੰ ਕਿਸ ਤਰ੍ਹਾਂ ਵਰਤਿਆ, ਦੈਟ ਇਜ਼ ਨੋਨ ਟੂ ਐਵਰੀਬਾਡੀ। ਪ੍ਰੈਜ਼ੈਂਟ ਜਿਹੜਾ ਸਿਨੈਰੀਓ ਹੈਗਾ, ਜਿਹੜਾ ਸਿੱਖ ਲਹਿਰ ਦਾ, ਖਾਲਿਸਤਾਨੀ ਲਹਿਰ ਰੁਕਾ ਜੋ ਜਿਸ ਫਾਰਮ 'ਚ ਵੀ ਹੈਗੀ ਉਹ ਜੀ, ਉਹਨਾਂ ਵਾਸਤੇ ਪ੍ਰੈਜ਼ੈਂਟ ਜਿਹੜੇ ਵੀ ਬੰਦੇ ਸੋਚਦੇ ਨੇ, ਇਹਦੇ 'ਚ ਕੋਈ ਲੈਸਨਸ ਹੈਗੇ ਇਸ ਬੁੱਕ 'ਚੋਂ? ਕੋਈ ਉਹਨਾਂ ਨੂੰ ਕੋਈ? ਨਹੀਂ, ਬਿਲਕੁਲ ਹੈਗੇ ਜੀ, ਬਿਲਕੁਲ ਹੈਗੇ। ਤੁਸੀਂ ਉਹ ਮੂਵਮੈਂਟ ਕਿਉਂ ਨਹੀਂ ਬਣੀ? ਮੈਂ ਪਹਿਲੀ ਨਾਨ ਮੂਵਮੈਂਟ ਕਿਤਾਬ ਲਿਖੀ ਹੈ, ਨਾਨ ਮੂਵਮੈਂਟ ਲਿਖਿਆ, ਠੀਕ ਹੈ। ਨਹੀਂ, ਇਹ ਸਟਰਗਲ ਸੀ। 10 ਬੰਦੇ ਕਿਤੇ ਇਕੱਠੇ ਹੋ ਗਏ, 10-20 ਕਿਤੇ ਇਕੱਠੇ ਹੋ ਗਏ, ਇਸ ਤਰ੍ਹਾਂ ਚੱਲੀ। ਨੋ ਕੋਆਰਡੀਨੇਟਡ ਐਫਰਟ। ਇਸ ਤਰ੍ਹਾਂ ਬੰਦੇ ਪਰ ਹੋਣ ਦਾ ਬੱਲੇ ਜੀ ਕੀ ਤੁਕ ਸੀ। ਜਿਹੜਾ ਐਂਡ ਰਿਜ਼ਲਟ ਸਭ ਦੇ ਸਾਹਮਣੇ ਹੈ, ਇਸੇ ਕਰਕੇ ਕ੍ਰਸ਼ ਹੋ ਗਈ। ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਹੁਣ ਦੁਨੀਆ ਬਦਲ ਗਈ ਸਾਰੀ ਦੀ ਸਾਰੀ। ਹੁਣ ਤੁਹਾਡੀ ਆਰਮਡ ਸਟਰਗਲ ਦਾ ਜ਼ਮਾਨਾ ਹੌਲੀ ਹੌਲੀ ਫੇਜ਼ ਆਊਟ ਹੋ ਰਿਹਾ। ਜਿਹੜਾ ਵਾਇਲੈਂਸ ਦਾ ਮੈਂ ਥੋੜੀ ਜਿਹੀ ਨਜ਼ਰ ਮਾਰੀ ਸੀ, ਡਾਕਟਰ ਪ੍ਰਮੋਦ ਨੇ ਜਿਹੜੀ ਉਹ ਵਾਇਲੈਂਸ ਦੇ ਇਸ਼ੂ ਨੂੰ ਛੇੜਿਆ। ਹਾਂ, ਛੇੜਿਆ ਉਹਨਾਂ ਨੇ। ਹੁਣ ਕੋਵਿਡ ਨੇ ਨਵੇਂ ਢੰਗ ਨਾਲ ਡਿਸਕੋਰਸ ਸਾਰਾ ਡਿਕਟੇਟ ਕਰਨਾ ਹੈ। ਸ਼ੇਅਰ ਕਰ ਉਹਦੇ 'ਚ ਸਿਆਸਤ ਕਿਵੇਂ ਸ਼ੇਪ ਅਪ ਹੁੰਦੀ ਹੈ, ਇਹ ਗੱਲ ਦੇਖਣ ਵਾਲੀ ਹੈ। ਮੇਰੇ ਖਿਆਲ ਦੇ ਵਿੱਚ ਜੋ ਕੁਛ ਪੁਰਾਣਾ ਸਿਸਟਮ ਸੀ ਉਹ ਹੁਣ ਰੈਲੀਵੈਂਟ ਨਹੀਂ ਰਿਹਾ। ਉਹ ਇਸ਼ੂ ਵੀ ਨਹੀਂ ਰਹੇ ਤੇ ਉਹ ਤਰੀਕੇ ਵੀ ਨਹੀਂ ਰਹੇ। ਮਤਲਬ ਇਸ ਕਰਕੇ ਉਹ ਸਾਰਾ ਕੁਝ ਨਵਾਂ ਸੋਚਣ ਦੀ ਲੋੜ ਹੈ। ਲੇਕਿਨ ਇਸ਼ੂਜ਼ ਜਿਹੜੇ ਕਮਿਊਨਿਟੀਜ਼ ਦੇ ਹੁੰਦੇ ਆ ਉਹ ਮਰਦੇ ਨਹੀਂ ਹੁੰਦੇ, ਉਹ ਕਾਇਮ ਰਹਿੰਦੇ ਹੁੰਦੇ ਆ। ਉਹ ਢੰਗ ਤਰੀਕੇ ਬਦਲ ਗਏ, ਉਹਨਾਂ ਨੂੰ ਕਿਵੇਂ ਅੱਗੇ ਲੈ ਕੇ ਚੱਲਣਾ। ਇੱਕ ਮੈਂ ਨਾਲ ਹੀ ਹੋਰ ਗੱਲ ਕਰਦੇ ਹਾਂ। ਇੱਕ ਚੇਂਜ ਹੈ, ਪਹਿਲਾਂ ਹੁੰਦਾ ਵੀ ਸਿੱਖਾਂ ਨਾਲ ਧੱਕਾ ਹੋ ਰਿਹਾ ਹੈ। ਡਾਕਟਰ ਮਨਮੋਹਨ ਸਿੰਘ 10 ਸਾਲ ਪ੍ਰਾਈਮ ਮਿਨਿਸਟਰ ਰਹਿ ਗਏ ਹੁਣ, ਠੀਕ ਹੈ। ਜ਼ਿਆਦਾ ਕਹਿ ਦਿਓ ਵੀ ਸਿੱਖ ਨਹੀਂ ਸੀ। ਉਹ ਤਾਂ ਸੀ, ਉਹਦਾ ਮਤਲਬ ਬੜਾ ਮਤਲਬ ਅਸਲ 'ਚ ਰਿਲੇਟਿਵ ਹੈਗਾ ਕੁਐਸਚਨ ਨਾ ਜਿਹੜਾ। ਫਿਰ ਮੈਂ ਐਵੇਂ ਦਾ ਵੀ ਸਿੱਖ ਕੌਣ ਹੈ, ਸਿੱਖ ਨਹੀਂ ਹੈਗਾ। ਇਹ ਤਾਂ ਸਿੱਖ। ਸੋ ਜਿਹੜੀ ਉਹ ਗ੍ਰੀਵੈਂਸਸ ਸੀ ਨਾ, ਉਹ ਹੁਣ ਉਸ ਢੰਗ ਨਾਲ ਨਹੀਂ। ਫੌਜ ਦੇ ਜਰਨੈਲ ਵੀ ਰਹਿ ਗਏ, ਸੁਪਰੀਮ ਕੋਰਟ ਦੇ ਜੱਜ ਵੀ ਰਹੇ। ਜਿਹਦੇ ਪੁਰਾਣੀਆਂ ਮੰਗਾਂ ਦੇਖੋ ਅਕਾਲੀ ਦਲ ਦੀਆਂ, ਉਹ ਇਹੋ ਜਿਹੀਆਂ ਹੀ ਸੀ ਬਈ ਸੁਪਰੀਮ ਕੋਰਟ 'ਚ ਇੰਨੀ ਰਿਪਰੈਜ਼ੈਂਟੇਸ਼ਨ ਹੋਵੇ ਜੀ, ਫਲਾਣੇ ਥਾਂ 'ਤੇ ਇੰਨੀ ਹੋਵੇ। ਉਹ ਤਾਂ ਸਾਰਾ ਹੋ ਚੁੱਕਿਆ। ਹੁਣ ਜਿਹੜਾ ਇਹ ਚਲੋ ਆਖਿਰ ਕਰ ਹੀ ਲੈਂਦੇ ਆ, ਜਿਹੜਾ ਰੈਫਰੈਂਡਮ 'ਤੇ ਚੱਲ ਰਿਹਾ, ਇਹ ਵੀ ਚੱਲ। ਉਹ ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ ਕਿਸੇ ਹੋਰ ਥਾਂ 'ਤੇ, ਵੀ ਜਦੋਂ ਪੰਨੂ ਸਾਹਿਬ ਨੇ ਸ਼ੁਰੂ ਕੀਤਾ, ਮੈਂ ਸੋਚਿਆ ਵੀ ਇਹਨਾਂ ਨੂੰ ਪੁੱਛਿਆ ਜਾਵੇ ਵੀ ਕੀ ਢੰਗ ਤਰੀਕਾ ਹੈ ਤੁਹਾਡਾ। ਫੋਨ ਕੀਤਾ ਤੇ ਜਿਸ ਸੱਜਣ ਨੇ ਫੋਨ ਚੱਕਿਆ, ਕਹਿੰਦੇ ਦੱਸੋ ਜੀ ਤੁਸੀਂ ਕੀ ਗੱਲ ਕਰਨੀ। ਮੈਂ ਕਿਹਾ ਜੀ ਮੈਂ ਜਰਨਲਿਸਟ ਹਾਂ ਅਤੇ ਇਹਨਾਂ ਨੂੰ ਪੁੱਛਣਾ ਵੀ ਜੋ ਕੁਛ ਕਰ ਰਹੇ ਹੈ ਲਿਖਣ ਵਾਸਤੇ। ਕਹਿੰਦੇ ਵੀ ਤੁਸੀਂ ਮੇਲ ਕਰ ਦਿਓ, ਇਫ ਯੂ ਫੀਲ ਲਾਈਕ ਹੀ ਵਿਲ ਆਨਸਰ ਯੂਰ ਕੁਐਸਚਨਸ। ਅੱਛਾ। ਮੈਂ 4-5 ਸਵਾਲ ਲੈ ਕੇ ਭੇਜਤੇ। ਮੈਨੂੰ ਇਹ ਸਮਝਾਓ ਵੀ ਤੁਸੀਂ ਇਸ ਢੰਗ ਨਾਲ ਖਾਲਿਸਤਾਨ ਕਿਵੇਂ ਬਣਾਓਗੇ। ਮੈਨੂੰ ਅੱਜ ਤੱਕ ਜਵਾਬ ਨਹੀਂ ਆਇਆ। ਅੱਛਾ। ਮੈਂ ਮਹੀਨਾ ਕੁ ਪਹਿਲਾਂ ਇਹਨਾਂ ਦੇ ਕਿਸੇ ਸੱਜਣ ਨੂੰ ਫਿਰ ਮੈਨੂੰ ਕਿਤੇ ਫੋਨ ਆ ਗਿਆ, ਕਹਿੰਦੇ ਤੁਸੀਂ ਸਾਡੇ ਰੇਡੀਓ ਪ੍ਰੋਗਰਾਮ 'ਤੇ ਆ ਜਾਓ, ਕਿਸੇ ਪ੍ਰੋਗਰਾਮ 'ਤੇ ਕੋਈ। ਹਾਂ, ਬਲੂ ਸਟਾਰ ਦੇ ਦਿਨਾਂ ਦੀ ਗੱਲ ਹੈ। ਮੈਨੂੰ ਪਤਾ ਨਹੀਂ ਸੀ ਜਿਨ੍ਹਾਂ ਨੇ ਫੋਨ ਕੀਤਾ ਵੀ ਉਹਨਾਂ ਦੇ ਬੈਕਗਰਾਊਂਡ ਕੀ ਹੈ। ਫਿਰ ਜਦੋਂ ਪਤਾ ਲੱਗੀ, ਫਿਰ ਮੈਂ ਮੈਸੇਜ ਭੇਜਿਆ। ਮੈਂ ਕਿਹਾ ਮੈਂ ਪੰਨੂ ਸਾਹਿਬ ਨੂੰ ਆਹ ਮੈਸੇਜ ਭੇਜਿਆ ਸੀਗਾ, ਮੈਨੂੰ ਅਜੇ ਤੱਕ ਤਾਂ ਜਵਾਬ ਆਇਆ ਨਹੀਂ। ਸੋ ਲੋਕਾਂ ਨੂੰ ਗੁੰਮਰਾਹ ਨਾ ਕਰੋ ਇਸ ਤਰ੍ਹਾਂ। ਹੁਣ ਆਹ ਝੰਡੇ ਲੱਗ ਰਹੇ ਹੈ ਤੇ ਮੇਰਾ ਲੌਜਿਕ ਬੜਾ ਸਿੱਧਾ ਜਿਹਾ ਹੈ ਵੀ ਜਿਸ ਆਈਡੀਏ 'ਤੇ ਸੈਂਕੜੇ ਲੋਕ ਜਾਨਾਂ ਦੇ ਚੁੱਕੇ ਹੋਣ, ਉਹ ਹੁਣ ਤੁਸੀਂ ਰੈਫਰੈਂਡਮ ਦੇ ਥਰੂ ਸੋਚਦੇ ਆ ਵੀ ਖਾਲਿਸਤਾਨ ਬਣ ਜਾਊਗਾ। ਮੋਟਾ ਜਿਹਾ ਸਵਾਲ ਹੈ, ਜ਼ਿਆਦਾ ਨਹੀਂ। ਜਾਂ ਫਿਰ ਕਹੋ ਵੀ ਪਹਿਲਾ ਤਰੀਕਾ ਗੱਲ ਸੀ, ਅਸੀਂ ਠੀਕ ਹੈ।
ਤੇ ਰੈਫਰੈਂਡਮ ਤਾਂ ਕਸ਼ਮੀਰ ਦਾ ਵੀ ਹੋਣਾ ਸੀ, ਹੁਣ ਤੱਕ ਨਹੀਂ ਹੋਇਆ। ਨਹੀਂ ਹੋਇਆ। ਸੋ ਇਹ ਗੱਲ ਹੈ ਜੀ। ਚਲੋ ਬਹੁਤ ਮਿਹਰਬਾਨੀ। ਥੈਂਕ ਯੂ ਬੱਲੀ ਜੀ। ਅਸੀਂ ਜਗਤਾਰ ਸਿੰਘ ਹੋਰਾਂ ਦੀ ਇਸ ਕਿਤਾਬ 'ਤੇ ਗੱਲਬਾਤ ਕੀਤੀ ਹੈ ਤੇ ਇਹ ਕਿਤਾਬ ਹੁਣ ਮਾਰਕੀਟ 'ਚ ਆ ਗਈ ਹੈ ਤੇ ਇਸ 'ਤੇ ਵਿਚਾਰ ਚਰਚਾ ਫਿਰ ਅਜੇ ਡੂੰਘੀ ਹੁੰਦੀ ਰਹੇਗੀ ਜਦੋਂ ਜਿਉਂ-ਜਿਉਂ ਪਰਤਾਂ ਫਰੋਲਾਂਗੇ। ਬਹੁਤ ਮਿਹਰਬਾਨੀ। ਥੈਂਕ ਯੂ।